ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਉ ਜੰਜਾਰ ਉਰਜ ਮਨਾ। ਕਾਜ ਨਾ ਤੇਰੇ ਕੋਏ। ਸਤਿਗੁਰ ਚਰਨ ਸਰੋਜ ਕੋ ਸੇਵ ਸਦਾ ਸੁਖ ਹੋਏ। ਕਿਉ ਜੰਜਾਰ ਉਰਜ ਮਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਤੁਰਕੀ ਬਾਣੀ ਦੇ ਜਾਪ ਸਰਵਣ ਕਰਕੇ ਲਾਹੇ ਲੈ ਰਹੇ ਹੋ। ਬੇਅੰਤ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਗੁਰੂ ਦੀਆਂ ਸੰਗਤਾਂ ਸਫਲ ਕਰਦੀਆਂ ਹਨ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਕੁਝ ਮਹੀਨਿਆਂ ਤੋਂ ਲੜੀਵਾਰ ਰੂਪ ਵਿੱਚ ਚੱਲਦਾ ਆ ਰਿਹਾ ਹੈ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਬਿਰਾਜਮਾਨ ਰਹੇ ਹੈ। ਸੰਗਤਾਂ ਨੂੰ ਦਰਸ਼ਨ ਦੇ ਰਹੇ। ਗੁਰੂ ਦੀਆਂ ਸੰਗਤਾਂ ਆਣ ਕੇ ਦਰਸ਼ਨ ਬੇਨਤੀ ਕਰ ਰਹੀਆਂ ਹੈ। ਜੇ ਕੋਈ ਕਾਮਨਾ ਇੱਛਾ ਦੇ ਸਹਿਤ ਆਉਂਦਾ ਉਹਦੀ ਕਾਮਨਾ ਇੱਛਾ ਪੂਰੀ ਹੁੰਦੀ ਦਰਸ਼ਨ ਕਰਕੇ। ਜਿਹੜੇ ਕੋਈ ਨਿਸ਼ਕਾਮੀ ਕਾਮਨਾ ਤੋਂ ਰਹਿਤ ਇੱਛਾਵਾਂ ਤੋਂ ਰਹਿਤ ਆਉਂਦੇ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਹੈ।
ਸ਼ੁਭ ਉਪਦੇਸ਼ ਲੈ ਕੇ ਜੋ ਆਤਮ ਗਿਆਨ ਦਾ ਪਰਮ ਸੁੱਖ ਹੈ ਉਸ ਨੂੰ ਪ੍ਰਾਪਤ ਕਰਕੇ ਅੰਤਰਮੁਖ ਬਿਰਤੀ ਨਾਲ ਆਪਣੇ ਸਵੈ ਸਰੂਪ ਨੂੰ ਤੱਕਦੇ ਦੇਖਦੇ ਹੈ। ਇਸੇ ਤਰ੍ਹਾਂ ਇੱਕ ਸਿੱਖ ਆਇਆ, ਭਾਵ ਜੇ ਉਹ ਸਿੱਖ ਬਣਿਆ ਨਹੀਂ ਸੀ, ਗੁਰੂ ਕੀ ਸਿੱਖੀ ਧਾਰਨ ਕਰਨ ਆਇਆ, ਜਿਸ ਕਰਕੇ ਉਹ ਵੀ ਚਲੋ ਸਿੱਖ ਹੀ ਹੈ। ਅਤੇ ਮਹਾਰਾਜ ਜੀ ਅੱਗੇ ਬੇਨਤੀ ਕਰਨ ਲੱਗਾ ਵੀ ਗੁਰੂ ਮਹਾਰਾਜ, ਮੈਂ ਆਪ ਜੀ ਦੀ ਸਿੱਖੀ ਧਾਰਨ ਕਰਕੇ ਸਿੱਖ ਬਣਾ ਅਥਵਾ ਘਰ-ਬਾਰ ਤਿਆਗ ਕੇ ਬੈਰਾਗੀ ਤਿਆਗੀ ਫਕੀਰ ਬਣ ਜਾਵਾਂ, ਜਾਂ ਮਹਾਰਾਜ ਕੇ ਘਰ ਵਿੱਚ ਰਹਿ ਕੇ ਸ਼ਾਦੀशुदा ਹੋ ਕੇ ਅਤੇ ਬਾਲ ਬੱਚੇ ਵਾਲਾ ਹੋ ਕੇ ਮੈਂ ਗ੍ਰਸਥ ਧਰਮ ਅਪਣਾਵਾਂ। ਆਪ ਜੀ ਦੱਸੋ ਇਹਨਾਂ ਤਿੰਨਾਂ ਵਿੱਚੋਂ ਕਿਹੜੀ ਚੀਜ਼ ਧਾਰਨ ਕਰਾਂ? ਜੋ ਆਪ ਜੀ ਨੂੰ ਚੰਗਾ ਲੱਗਦਾ ਹੈ ਆਪ ਉਹੀ ਦੱਸ ਦਿਓ। ਗੁਰੂ ਮਹਾਰਾਜ ਕਹਿਣ ਲੱਗੇ ਵੀ ਭਾਈ, ਤੈਨੂੰ ਅਸੀਂ ਇੱਕ ਆਪਣਾ ਹੁਕਮਨਾਮਾ ਦਿੰਦੇ ਹਾਂ, ਅਰਦਾਸ ਚਿੱਠੀ, ਉਹ ਤੂੰ ਲੈ ਕੇ ਤੇ ਛੇਤੀ ਨਾਲ ਚਲਿਆ ਜਾ, ਪਹਿਲਾਂ ਆਹ ਕੰਮ ਕਰ, ਫਿਰ ਤੇਰੀ ਇਹ ਗੱਲਾਂ ਦਾ ਉੱਤਰ ਦਿਆਂਗੇ। ਇਹ ਸਿੱਖ ਕਹਿੰਦਾ ਮਹਾਰਾਜ ਠੀਕ ਹੈ। ਗੁਰੂ ਜੀ ਨੇ ਹੁਕਮਨਾਮਾ ਦੇ ਦਿੱਤਾ। ਉਹ ਇਹਨੇ ਹੁਕਮਨਾਮਾ ਚਿੱਠੀ ਹੱਥ ਵਿੱਚ ਲੈ ਲਈ। ਗੁਰੂ ਸਾਹਿਬ ਨੇ ਕਿਹਾ ਭਾਈ ਫਲਾਣਾ ਫਲਾਣਾ ਨਗਰ ਹੈ, ਉੱਥੇ ਸਾਡਾ ਇੱਕ ਸਿੱਖ ਰਹਿੰਦਾ ਹੈ, ਤੂੰ ਜਾ ਕੇ ਉਹਦਾ ਨਾਮ ਪੁੱਛ ਲੈਣਾ ਪਹਿਲਾਂ ਨਗਰ 'ਚੋਂ, ਫਿਰ ਉਹਦੇ ਘਰ ਚਲਿਆ ਜਾਈਂ। ਜਦੋਂ ਜਾ ਕੇ ਬੈਠੇਗਾ ਤਾਂ ਉਹ ਕਹਿਣਗੇ ਕਿ ਤੁਸੀਂ ਹੁਣ ਪ੍ਰਸ਼ਾਦਾ ਛਕ ਲਓ। ਪਹਿਲਾਂ ਉਸ ਸਿੱਖ ਕੋਲ 200 ਰੁਪਈਆ ਲੈਣਾ ਹੈ ਭੇਟਾ ਵਜੋਂ ਹੁਕਮਨਾਮੇ ਦੀ, 200 ਰੁਪਈਆ ਲੈਣ ਤੋਂ ਬਾਅਦ ਭੋਜਨ ਛਕਣਾ। ਇਹ ਕਹਿੰਦਾ ਮਹਾਰਾਜ ਠੀਕ ਹੈ। ਇਵੇਂ ਚੱਲ ਪਿਆ। ਉਹ ਸਿੱਖ ਦੇ ਘਰ ਪੁੱਛਦਾ ਪੁਛਾਉਂਦਾ ਨਗਰ ਪਹੁੰਚਿਆ। ਨਗਰ 'ਚੋਂ ਨਾਮ ਪੁੱਛਿਆ ਸਿੱਖ ਦਾ, ਫਿਰ ਘਰ ਚਲਿਆ ਗਿਆ। ਜਦੋਂ ਉੱਥੇ ਗਿਆ ਹੈ, ਸਿੱਖ ਨੇ ਬੜੀ ਸੇਵਾ ਕੀਤੀ। ਮਹਿਮਾਨ ਆਇਆ ਜਾਣ ਕੇ। ਇਹ ਸਿੱਖ ਨੇ ਕਿਹਾ ਭਾਈ ਮੈਂ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਭੇਜਿਆ ਸ੍ਰੀ ਕਰਤਾਰਪੁਰ ਸਾਹਿਬ ਤੋਂ। ਫਿਰ ਤਾਂ ਸਗੋਂ ਹੋਰ ਸਤਿਕਾਰ ਕੀਤਾ ਵੀ ਗੁਰੂ ਕਾ ਸਿੱਖ ਆਇਆ। ਅਤੇ ਸਿੱਖ ਉਹ ਜਿਹੜਾ ਗਿਆ ਹੋਇਆ ਸੀ ਪੁਰਸ਼, ਉਹਨੇ ਹੁਕਮਨਾਮਾ ਦਿੱਤਾ ਕਿ ਆਹ ਚਿੱਠੀ ਹੈ ਗੁਰੂ ਸਾਹਿਬ ਜੀ ਦੀ। ਸਿੱਖ ਨੇ ਚਿੱਠੀ ਲੈ ਕੇ ਬਾਰ-ਬਾਰ ਮੱਥੇ ਟੇਕੇ ਵੀ ਮੈਂ ਗਰੀਬ, ਗੁਰੂ ਨਾਨਕ ਸਾਹਿਬ ਤਰਲੋਕੀ ਨਾਥ, ਸਰਬ ਸ੍ਰਿਸ਼ਟੀ ਦੇ ਮਾਲਕ, ਮੈਨੂੰ ਯਾਦ ਕੀਤਾ ਗਰੀਬ ਨੂੰ। ਬਾਰ-ਬਾਰ ਮੱਥੇ ਟੇਕਣ ਲੱਗਾ। ਫਿਰ ਇਹ ਸਿੱਖ ਨੂੰ ਸੋਹਣਾ ਪਲੰਘ ਢਾਹ ਕੇ ਉੱਤੇ ਬਿਸਤਰਾ ਵਿਛਾ ਕੇ ਦਿੱਤਾ। ਭਾਈ ਇੱਥੇ ਬੈਠ। ਉਹਦੇ ਚਰਨ ਧੋਤੇ ਹੈ, ਬੜਾ ਸਤਿਕਾਰ ਨਾਲ ਬਿਠਾਇਆ ਹੈ। ਭੋਜਨ ਤਿਆਰ ਕੀਤਾ। ਕਹਿੰਦੇ ਪਹਿਲਾਂ ਵੀ ਤੂੰ ਭਾਈ ਭੋਜਨ ਛਕ ਲਾ, ਭੋਜਨ ਛਕਣੇ ਤੋਂ ਬਾਅਦ ਤੂੰ ਬੜੀ ਦੂਰੋਂ ਚੱਲ ਕੇ ਆਇਆ ਅਤੇ ਆਰਾਮ ਕਰ ਲਾ, ਥਕਾਵਟ ਆਪਣੀ ਦੂਰ ਕਰ ਲਾ। ਇਹ ਸਿੱਖ ਕਹਿੰਦਾ ਵੀ ਭੋਜਨ ਤਾਂ ਮੈਂ ਛਕਣਾ ਨਹੀਂ ਗਾ। ਸਿੱਖ ਕਹਿੰਦਾ ਵੀ ਕਿਉਂ? ਕਹਿੰਦੇ ਮਹਾਰਾਜ ਦਾ ਹੁਕਮ ਹੈ ਵੀ ਪਹਿਲਾਂ 200 ਰੁਪਈਆ ਲੈਣਾ, ਫਿਰ ਭੋਜਨ ਗ੍ਰਹਿਣ ਕਰਨਾ। ਇਹ ਸੁਣ ਕੇ ਸਿੱਖ ਤਾਂ ਚੁੱਪ ਹੀ ਕਰ ਗਿਆ, ਕਿਉਂਕਿ ਮਸਾਂ ਮਸਾਂ ਹੀ ਗੁਜ਼ਰ ਗੁਜ਼ਾਰਾ ਹੀ ਚੱਲਦਾ ਸੀ। ਕਦੀ ਕਦੀ ਤੇ ਪਰਿਵਾਰ ਦਾ ਇੱਕ ਲੜਕੀ ਸੀ, ਇੱਕ ਸਿੱਖ ਆਪ, ਇੱਕ ਸਿੱਖ ਦੀ ਘਰਵਾਲੀ ਸਿੱਖਣੀ। ਕਿਸੇ ਕਿਸੇ ਵੇਲੇ ਦੇ ਭੁੱਖੇ ਵਿਚਾਰੇ ਦਿਨ ਬਤੀਤ ਕਰ ਦਿੰਦੇ ਸਨ। 2-2 ਦਿਨ ਵੀ ਲੰਘ ਜਾਇਆ ਕਰਦੇ ਭੁੱਖਿਆਂ ਦੇ, ਜਾਂ ਇੱਕ ਟਾਈਮ ਛਕ ਲਿਆ, ਇੱਕ ਟਾਈਮ ਨਹੀਂ ਸੀ ਜੁੜਦਾ। ਰਜਵਾਂ ਭੋਜਨ ਗੱਲ ਕੀ ਵੀ ਕਦੀ ਮਿਲਿਆ ਹੀ ਨਹੀਂ ਸੀ। ਸਿੱਖ ਚੁੱਪ ਕਰ ਗਿਆ ਵੀ 200 ਰੁਪਈਆ ਗੁਰੂ ਮਹਾਰਾਜ ਨੇ ਕਹਿ ਦਿੱਤਾ, ਬਚਨ ਮੋੜਿਆ ਨਹੀਂ ਜਾ ਸਕਦਾ, ਕਿੱਥੋਂ ਦੇਣਾ? ਮਨ 'ਚ ਹੀ ਵਿਚਾਰ ਹੈ, ਮਨਾ ਅੱਜ ਮੈਂ 200 ਰੁਪਈਆ ਗੁਰੂ ਮਹਾਰਾਜ ਜੀ ਦੇ ਵਾਸਤੇ ਸਿੱਖ ਨੂੰ ਕਿੱਥੋਂ ਕਰਕੇ ਦਿਆਂ? ਫਿਰ ਵੀ ਜੇ ਮੈਂ ਅੱਜ ਨਹੀਂ ਦਿੰਦਾ, ਮੇਰਾ ਪ੍ਰਣ ਨਹੀਂ ਰਹਿੰਦਾ, ਮੇਰੀ ਪ੍ਰਤੱਗਿਆ ਨਹੀਂ ਰਹਿੰਦੀ। ਜੋ ਗੁਰੂ ਅੱਗੇ ਮੈਂ ਪ੍ਰਤੱਗਿਆ ਕੀਤੀ ਹੈ ਵੀ ਮਹਾਰਾਜ ਮੈਂ ਦੁਖੀ ਹੋਵਾਂ ਸੁਖੀ ਹੋਵਾਂ, ਮੈਂ ਕਿਸੇ ਹਾਲਾਤ 'ਚ ਹੋਵਾਂ, ਤੇਰੀ ਸਿੱਖੀ ਨਹੀਂ ਛੱਡਾਂਗਾ। ਜੇ ਅੱਜ ਇਹ ਸਿੱਖ ਨੂੰ ਪੈਸੇ ਨਾ ਦਿੱਤੇ, ਗੁਰੂ ਕਾ ਹੁਕਮ ਨਹੀਂ ਮੰਨਿਆ ਜਾਣਾ।
ਹੁਕਮ ਨਾ ਮੰਨਿਆ ਗਿਆ ਤੇ ਸਿੱਖੀ ਦਾ ਪ੍ਰਣ ਟੁੱਟ ਜਾਣਾ। ਮੈਂ ਕੀ ਕਰਾਂ। ਇੱਧਰ ਇੱਕ ਨਗਰ 'ਚ ਨੇੜੇ ਤੇੜੇ ਇੱਕ ਸ਼ਾਹੂਕਾਰ ਸੀ ਜਿਹੜਾ ਸਿੱਖ ਦੀ ਪੁੱਤਰੀ ਦਾ 500 ਰੁਪਈਆ ਦਿੰਦਾ ਸੀ ਵੀ 500 ਰੁਪਈਆ ਤੂੰ ਮੇਰੇ ਕੋਲ ਲੈ ਲਾ ਅਤੇ ਆਪਣੀ ਜਿਹੜੀ ਧੀ ਹੈ ਮੈਨੂੰ ਤੂੰ ਵਿਆਹ ਦੇ। ਸਿੱਖ ਅਤੇ ਸਿੱਖਣੀ ਇਹ ਜਾਣ ਕੇ ਵੀ 500 ਰੁਪਈਏ ਬਦਲੇ ਅਸੀਂ ਆਪਣੀ ਧੀ ਨੂੰ ਵਿਆਹ ਦਾਂਗੇ, 500 ਰੁਪਈਆ ਘਰ ਵਰਤ ਲਾਂਗੇ ਅਤੇ ਇਹ ਤਾਂ ਪਾਪ ਹੈ ਧੀ ਦੇ ਪੈਸਾ ਖਾਣ ਵਾਲੀ ਗੱਲ ਵੇਚ ਕੇ ਕਿ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹਦੇ ਬੱਜਰ ਪਾਪ ਹੈ। ਜਿਸ ਕਰਕੇ ਸਿੱਖ ਦਿੰਦਾ ਨਹੀਂ ਸੀ ਵੀ ਮੈਂ ਐਵੇਂ ਕਰਨਾ ਨਹੀਂ। 2 ਘੜੀਆਂ 48 ਮਿੰਟ ਬੀਤ ਗਏ ਹੀ ਗੱਲ ਸੋਚਦਿਆਂ ਕਿ ਗੁਰੂ ਦਾ ਬਚਨ ਵੀ ਪੂਰਾ ਕਰਨਾ ਹੈ ਅਤੇ ਲੜਕੀ ਦਾ 500 ਰੁਪਈਆ ਮਿਲਦਾ ਉਹ ਮੈਂ ਦੇਣੀ ਕੋਈ ਨਹੀਂ, ਅਤੇ ਕੀ ਐਵੇਂ ਕਿਵੇਂ ਪੂਰਾ ਹੋਊ। ਘਰ 'ਚ ਸਮਾਨ ਵੀ ਨਹੀਂ ਹੈਗਾ ਐਸਾ ਜਿਹੜਾ ਵੇਚ ਹੀ ਦੇਵਾਂ ਅਤੇ ਲੈ ਆਵਾਂ। ਫਿਰ ਜਦੋਂ ਚੁੱਪ ਕੀ ਤੇਰਾ ਘਰ ਵਾਲੀ ਬੜੀ ਸਿਆਣੀ ਸੀ ਸਿੱਦਕ ਵਾਲੀ, ਕਹਿੰਦੀ ਪਤੀ ਤੂੰ ਕਾਹਨੂੰ ਚਿੰਤਾ ਕਰਦਾ, ਜੋ ਕੁਝ ਵੀ ਘਰ ਹੈਗਾ ਵਾ ਉਹ ਗੁਰੂ ਨਾਨਕ ਸਾਹਿਬ ਜੀ ਦਾ ਹੀ ਦਿੱਤਾ ਹੋਇਆ ਹੈ। ਜੇ ਅਸੀਂ ਹਾਂ ਤੁਸੀਂ ਹੋ ਮਾੜੀ ਚੰਗੀ ਕੁੱਲੀ ਹੈ ਘਰ ਧੀ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਹੋਈ ਹੈ। ਅਤੇ ਤੁਸੀਂ ਚਿੰਤਾ ਨਾ ਕਰੋ, ਆਪਣੀ ਲੜਕੀ ਦਾ ਕੋਈ ਸ਼ਾਹੂਕਾਰ ਨਾਲ ਵਿਆਹ ਕਰ ਦਈਏ ਆਪਾਂ, ਅਤੇ ਪੈਸੇ ਆਪਾਂ ਜਿੰਨੇ ਗੁਰੂ ਕੇ ਸਿੱਖ ਨੂੰ ਦੇਣੇ ਆਪਾਂ ਉਨੇ ਲਈਏ, ਆਪਾਂ ਪੈਸੇ ਵੱਧ ਨਾ ਲਈਏ, 250 ਰੁਪਈਆ ਜਿਹੜਾ ਆਪਾਂ ਲੈ ਲਈਏ। ਇਹ ਸਿੱਖ ਨੇ ਸੋਚਿਆ ਕਿ ਘਰ ਵਾਲੀ ਤਾਂ ਠੀਕ ਕਹਿੰਦੀ ਹੈ ਵੀ ਪਰਉਪਕਾਰ ਵਾਸਤੇ ਅਸੀਂ ਧੀ ਦਾ ਐਵੇਂ ਸ਼ਾਦੀ ਕਰ ਰਹੇ ਹਾਂ, ਕੋਈ ਆਪਣੇ ਮਤਲਬ ਲਈ ਨਹੀਂ ਵੀ ਜਾਂ ਪੈਸੇ ਲੈ ਕੇ ਤੇ ਘਰ ਖਾ ਲੈਣੇ ਆਪਣੇ ਵਾਸਤੇ ਸੁੱਖ ਸ਼ਾਂਤ ਵਾਸਤੇ ਅਤੇ ਧੀ ਨੂੰ ਉੱਧਰ ਵੇਚ ਦੇਣਾ। ਅਸੀਂ ਤਾਂ ਗੁਰੂ ਦੇ ਨਿਮਿੱਤ ਕਰ ਰਹੇ ਹਾਂ, ਜੋ ਗੁਰੂ ਦੇ ਦਿੱਤਾ ਹੋਇਆ ਸਾਰਾ ਕੁਝ। ਇਹ ਕੁਝ ਵਿਚਾਰ ਕੇ ਸ਼ਾਹੂਕਾਰ ਕੋਲ ਗਿਆ ਸਿੱਖ, ਭਾਈ 250 ਰੁਪਈਆ ਮੈਨੂੰ ਤੂੰ ਦੇ ਦੇ ਅਤੇ ਲੜਕੀ ਮੇਰੀ ਦੇ ਨਾਲ ਸ਼ਾਦੀ ਕਰ ਲਾ। ਉਹ ਵੀ ਅੱਗੋਂ ਦਲੇਰੀ ਸੀ, ਕਹਿੰਦਾ ਤੂੰ ਫਿਕਰ ਕਾਹਨੂੰ ਕਰਦਾ ਭਾਈ ਸਿੱਖਾ, ਤੂੰ ਜਿੰਨੇ ਪੈਸੇ ਲੈਣੇ ਲੈ ਲਾ, ਇੱਕੇ ਵਾਰੀ ਲੈ ਲਾ, ਆਪਣੀ ਗਰੀਬੀ ਖਤਮ ਕਰ ਲਾ, ਅੱਜ ਚਿੰਤਾ ਨਾ ਕਰ ਤੂੰ। ਸਿੱਖ ਕਹਿੰਦਾ ਨਹੀਂ ਮੈਨੂੰ ਜ਼ਰੂਰਤ ਨਹੀਂ ਇੰਨੇ, ਤੁਸੀਂ ਇੰਨੇ ਦੇ ਦਿਓ, 250 ਰੁਪਈਆ ਹੀ ਚਾਹੀਦਾ। 250 ਲੈ ਕੇ ਸਿੱਖ ਨੂੰ ਦੇ ਦਿੱਤਾ। ਜਿਹੜਾ ਆਇਆ ਸੀ ਹੁਕਮਨਾਮਾ ਲੈ ਕੇ 200 ਰੁਪਈਆ ਗੁਰੂ ਕਾ, 50 ਰੁਪਈਏ ਸਿੱਖ ਨੂੰ ਦਿੱਤੇ ਵੀ ਭਾਈ ਤੂੰ ਵੀ ਬੜਾ ਚੱਲ ਕੇ ਦੂਰੋਂ ਆਇਆ, ਸਿੱਖ ਦੀ ਭੇਟਾ ਮੇਰਾ ਫਰਜ਼ ਦੇਣਾ, ਤੂੰ 50 ਰੁਪਈਏ ਤੂੰ ਵੀ ਲੈ। ਇਹ ਸਿੱਖ ਬੜਾ ਹੈਰਾਨ ਹੋਇਆ ਵੀ ਕਿੰਨਾ ਸਿਦਕ, ਗੁਰੂ ਦੇ ਨਿਮਿੱਤ ਧੀ ਦਾ ਹੀ ਸੌਦਾ ਕਰ ਦਿੱਤਾ ਹੈ। ਫਿਰ ਇਹ ਰਾਮ ਰਮਈਆ ਕਰਕੇ ਚੱਲ ਪਿਆ। ਰਸਤੇ ਵਿੱਚ ਇੱਕ ਸਾਧੂ ਬੈਠਾ ਸੀ ਬ੍ਰਿਛ ਥੱਲੇ। ਉਹ ਜਿਹੜਾ ਬ੍ਰਿਛ ਥੱਲੇ ਸਾਧੂ ਬੈਠਾ ਸਮਾਧੀ 'ਚ ਲੀਨ, ਇੱਕ ਚੋਰ ਆ ਗਿਆ ਰਾਹੀ। ਪਹਿਲਾਂ ਸ਼ਾਹੂਕਾਰ ਆਇਆ, ਸ਼ਾਹੂਕਾਰ ਨੇ ਵੀ ਸੰਤ ਬੜੇ ਤਗੜੇ ਬੈਠੇ ਹੈ, ਉਹ ਇੱਕ ਦਿਸ਼ਾਲਾ ਅਤੇ ਮਠਿਆਈਆਂ ਅੱਗੇ ਰੱਖ ਕੇ ਮੱਥਾ ਟੇਕ ਕੇ ਚਲਾ ਗਿਆ ਸ਼ਰਧਾ ਨਾਲ। ਅਤੇ ਸਾਧੂ ਨੇ ਕੁਝ ਨਹੀਂ ਵੇਖਿਆ ਵੀ ਸ਼ਾਹੂਕਾਰ ਆਇਆ, ਮਗਰੇ ਚੋਰ ਆ ਗਿਆ, ਉਹ ਮਠਿਆਈਆਂ ਵੀ ਚੁੱਕ ਕੇ ਗਾਂਹ ਗਿਆ ਅਤੇ ਦਿਸ਼ਾਲਾ ਵੀ ਚੁੱਕ ਕੇ ਗਾਂਹ ਗਿਆ। ਇਹ ਮਹਾਤਮਾ ਨੂੰ ਸਭ ਕੁਝ ਇਹ ਸਿੱਖ ਦੇਖ ਰਿਹਾ ਸੀ, ਬ੍ਰਿਛ ਥੱਲੇ ਬੈਠਾ ਆਪ ਵੀ। ਮਹਾਤਮਾ ਨੇ ਜਿਹਨੇ ਦਾਨ ਦਿੱਤਾ ਸ਼ਾਹੂਕਾਰ ਨੇ, ਉਹਨੂੰ ਕੋਈ ਚੰਗਾ ਨਹੀਂ ਕਿਹਾ ਵੀ ਤੇਰਾ ਭਲਾ ਹੋਵੇ, ਤੂੰ ਜੁਗ ਜੁਗ ਜੀਵੇਂ ਸਾਨੂੰ ਦੇਣ ਵਾਲਿਆ, ਉਹਨੂੰ ਨਹੀਂ ਕੁਝ ਆਖਿਆ। ਜਿਹੜਾ ਚੁੱਕ ਕੇ ਲੈ ਗਿਆ ਉਹਨੂੰ ਇਹ ਨਹੀਂ ਆਖਿਆ ਵੀ ਤੇਰਾ ਰਹੇ ਕੱਖ ਨਾ, ਤੂੰ ਸੰਤਾਂ ਦੀ ਚੀਜ਼ਾਂ ਚੁੱਕਦਾ, ਵੀ ਕਿੱਡਾ ਬੇਈਮਾਨ ਚੋਰ ਤੂੰ, ਕੋਈ ਗੱਲ ਨਹੀਂ ਕੀਤੀ, ਇੱਕ ਸਮਾਨ ਬਿਰਤੀ ਰੱਖੀ। ਇਹ ਸਿੱਖ ਉੱਥੋਂ ਹੀ ਉੱਠ ਕੇ ਫਿਰ ਚੱਲ ਪਿਆ। ਉੱਧਰੋਂ ਰਾਤ ਹੋ ਆਈ, ਰਸਤੇ ਵਿੱਚ ਉਜਾੜ ਹੀ ਉਜਾੜ ਸੀ, ਪਿੰਡ 'ਤੇ ਕੋਈ ਦਿਖਿਆ ਨਾ। ਬ੍ਰਿਛ ਦੇ ਹੇਠਾਂ ਥੱਲੇ ਲੇਟ ਪੈ ਗਿਆ ਹਨੇਰਾ ਜਾਣ ਕੇ। ਉੱਤੇ 2 ਪੰਛੀ ਰਹਿੰਦੇ ਸਨ, ਇੱਕ ਪੰਛੀ ਦੀ ਘਰ ਵਾਲੀ, ਨਰ ਅਤੇ ਮਾਦਾ। ਉਹ ਹੁਣ ਭਾਵੇਂ ਪੰਛੀ ਰੂਪ ਵਿੱਚ ਸਨ ਪਰ ਹੈ ਗੁਰੂ ਕੇ ਸਿੱਖ ਸੀ। ਕਿਤੇ ਭੁੱਲ ਕਰਕੇ ਉਹਨਾਂ ਸਿੱਖਾਂ ਨੂੰ ਝੂਠ ਖਵਾਈ ਹੋਈ ਸੀ, ਜਿਹਦੇ ਕਰਕੇ ਜਨਮ ਉਹ ਮਿਲਿਆ ਹੋਇਆ ਸੀ ਪੰਛੀਆਂ ਦਾ। ਨਾਮ ਜਪਣੇ ਕਰਕੇ ਉਂਝ ਸੋਝੀ ਸਾਰੀ ਸੀ। ਉਹ ਬੈਠੇ ਆਪੋ ਵਿੱਚ ਇਹ ਗੱਲ ਕਹਿਣ ਲੱਗੇ, ਉਹ ਪੰਛੀ ਦੀ ਘਰ ਵਾਲੀ, ਵੀ ਦੇਖੋ ਆਪਣੇ ਘਰ ਮਹਿਮਾਨ ਆਏ ਹੈ ਬ੍ਰਿਛ ਦੇ ਹੇਠਾਂ,
ਅਸੀਂ ਗ੍ਰਹਿਸਤੀ ਹਾਂ, ਸਾਡਾ ਫਰਜ਼ ਹੈ ਵੀ ਇਹਨਾਂ ਨੂੰ ਕੁਝ ਨਾ ਕੁਝ ਛਕਾਉਣਾ, ਕੁਝ ਨਾ ਕੁਝ ਨੂੰ ਭੋਜਨ ਦੇਈਏ। ਪੰਛੀ ਨੇ ਉਸੇ ਵੇਲੇ ਉਡਾਰੀ ਮਾਰੀ, ਸ਼ਹਿਰ ਵੱਲ ਚਲਿਆ ਗਿਆ। ਸ਼ਹਿਰ ਵਿੱਚ ਜਾ ਕੇ ਇੱਕ ਕਿਤੇ ਅੱਗ ਬਲਦੀ ਸੀ, ਉਹਦੀ ਚਵਾਤੀ ਦਾ ਤੀਲਾ ਜਾਂ ਮੂੰਹ 'ਚ ਪਾ ਲਿਆ। ਇੱਥੇ ਰੁੱਖ ਥੱਲੇ ਲਿਆ ਕੇ ਜਿੱਥੇ ਸਿੱਖ ਬੈਠਾ ਦੇ ਲਾਗੇ ਸੁੱਟ ਦਿੱਤਾ। ਜਿਹੜਾ ਕੱਖ ਕਣ ਚੁਣ ਕੇ ਆਪਣਾ ਆਲਣਾ ਪਾਇਆ ਸੀ, ਉਹ ਆਲਣਾ ਆਪਣੇ ਚੁੰਝਾਂ ਪੰਜੇ ਜਿਹੇ ਮਾਰ ਕੇ ਥੱਲੇ ਸੁੱਟ ਦਿੱਤਾ। ਉਹਦੀ ਉਹਨਾਂ ਅੱਗ ਬਾਲ ਲਈ। ਸਿੱਖ ਨੇ ਹੋਰ ਵੀ ਇੱਧਰ ਉੱਧਰੋਂ ਲੱਕੜਾਂ ਦੀਆਂ ਫੜ ਲਈਆਂ, ਅੱਗ ਬਾਲ ਲਈ। ਇੰਨੇ ਨੂੰ ਫਿਰ ਜਦੋਂ ਅੱਗ ਬਲ ਗਈ, ਥੋੜ੍ਹੀ ਮੱਚ ਪਈ ਹੈ, ਪੰਛੀ ਦੀ ਜਿਹੜੀ ਘਰ ਵਾਲੀ ਮਾਦਾ ਹੈ ਉਹ ਉਸੇ ਵੇਲੇ ਉੱਤੋਂ ਹੀ ਜਿਹੜਾ ਆਪਣੇ ਖੰਭ 'ਚ ਸੰਕੋਚ ਕੇ ਅੱਗ 'ਚ ਡਿੱਗ ਪਈ, ਸੜ ਮੱਚ ਗਈ। ਮਗਰੇ ਪੰਛੀ ਡਿੱਗ ਪਿਆ ਆਪ ਹੀ। ਉਹ ਜਦੋਂ ਭੁੱਜ ਜੇ ਗਏ, ਸਿੱਖ ਵੇਂਦਾ ਸੀ ਸਾਰਾ ਕੁਝ ਵੀ ਇਹਨਾਂ ਹੀ ਮੈਨੂੰ ਅੱਗ ਦਿੱਤੀ, ਆਲਣਾ ਪਹਿਲਾਂ ਬਲਵਾ ਲਿਆ ਆਪਣਾ, ਵੀ ਹੁਣ ਵਿੱਚ ਡਿੱਗ ਪਏ ਹੈ। ਇੱਧਰੋਂ ਭੁੱਖ ਨਾਲ ਵਿਆਕਲ ਸੀ, ਇਹ ਜਾਣ ਕੇ ਵੀ ਹੁਣ ਭੁੱਖ ਵੀ ਲੱਗੀ ਤੇ ਚਲੋ ਮਾਰੀ ਗਏ। ਉਹ ਫਿਰ ਹੁਕਮਨਾਮੀ ਪੁਰਸ਼ ਨੇ, ਸਿੱਖ ਨੇ, ਉਹ ਦੋਵੇਂ ਜਿਹੜੇ ਪੰਛੀ ਖਾ ਲਏ। ਫਿਰ ਉੱਥੋਂ ਦਿਨ ਚੜ੍ਹਿਆ ਬੜੀ ਛੇਤੀ। ਇੱਥੇ ਗੁਰੂ ਨਾਨਕ ਸਾਹਿਬ ਜੀ ਪਾਸ ਕਰਤਾਰਪੁਰ ਸਾਹਿਬ ਆ ਗਿਆ। ਗੁਰੂ ਸਾਹਿਬ ਆਉਂਦਿਆਂ ਦੇਖ ਕੇ ਕਹਿੰਦੇ, ਭਾਈ ਤੇਰੀ ਤਸੱਲੀ ਹੋ ਗਈ ਹੈ, ਤੂੰ ਰਸਤੇ ਗਿਆ ਸੀ ਜਿੱਥੇ। ਇਹਨੇ ਤੇ ਮੱਥਾ ਟੇਕਿਆ, ਸਾਰੇ ਦੇ ਸਾਰੇ ਪੈਸੇ 250 ਦਾ 250 ਹੀ ਰੱਖ ਦਿੱਤਾ। 200 ਰੁਪਈਆ ਦੇ ਗੁਰੂ ਮਹਾਰਾਜ ਦਾ, 50 ਰੁਪਏ ਜਿਹੜੀ ਇਹਨੂੰ ਭੇਟਾਂ ਮਿਲੀ ਉਹ ਵੀ ਰੱਖ ਦਿੱਤੀ। ਇਹ ਨਹੀਂ ਸੋਚਿਆ ਵੀ ਮੇਰਾ ਹਿੱਸਾ ਮੈਂ ਰੱਖ ਲਵਾਂ, ਕਿਉਂਕਿ ਵਿਦੇਸ਼ ਲੈਣ ਵਿੱਚ ਜਿਹਦੀ ਮੱਤ ਭੇਜੀ ਹੋਵੇ ਉਹ ਇਹੋ ਜਿਹੇ ਕੰਮ ਨਹੀਂ ਕਰਦਾ, ਉਹਦੇ ਸਾਰਾ ਕੁਝ ਅਰਪਣ ਨੂੰ ਤਿਆਰ ਹੁੰਦਾ। ਇਹਨੇ ਮੱਥਾ ਟੇਕਿਆ। ਮਹਾਰਾਜ ਨੇ ਕਿਹਾ ਵੀ ਤਸੱਲੀ ਹੋਈ ਹੈ? ਕਹਿੰਦਾ ਮਹਾਰਾਜ ਮੈਨੂੰ ਤਾਂ ਕੁਛ ਸਮਝ ਨਹੀਂ ਆਈ। ਗੁਰੂ ਮਹਾਰਾਜ ਕਹਿਣ ਲੱਗੇ, ਵੇਖ ਭਾਈ ਤੂੰ ਜਿਹੜੇ ਸਿੱਖ ਦੇ ਘਰ ਗਿਆ ਸੀ ਉਹ ਕਿੰਨਾ ਗਰੀਬ ਸੀ, ਕਿੰਨਾ ਉਹ ਮਾਤੜ ਸੀ, ਘਰ ਵਿੱਚ ਖਾਣ ਨੂੰ ਪੂਰਾ ਨਹੀਂ, ਪਰ ਫਿਰ ਵੀ ਤੇਰੇ ਵਾਸਤੇ ਉਹਨਾਂ ਆਓ ਭਗਤ ਕੀਤੀ, ਤੈਨੂੰ ਵੀ ਛਕਾਇਆ। ਸਾਡੇ ਹੁਕਮਨਾਮੇ ਦਾ 200 ਰੁਪਈਆ ਵੀ ਦਿੱਤਾ, ਨਾਲ ਤੈਨੂੰ 50 ਰੁਪਈਏ ਵੱਖਰੇ ਦਿੱਤੇ ਕਿ ਤੂੰ ਗੁਰੂ ਕਾ ਸਿੱਖ ਆਇਆ। ਜੇ ਤੂੰ ਸਿੱਖ ਬਣਨਾ ਤਾਂ ਵੈਸਾ ਬਣ ਜਿਹਨੇ ਆਪਣੀ ਧੀ ਦਾ ਸੌਦਾ ਉਸੇ ਵੇਲੇ ਕਰ ਦਿੱਤਾ ਗੁਰੂ ਦੇ ਬਚਨਾਂ ਦੇ, ਜਿਹਨੇ ਸਾਰਾ ਕੁਝ ਆਪਣਾ ਨਹੀਂ ਜਾਣਿਆ, ਸਰਬੰਸ ਗੁਰੂ ਕਾ ਹੀ ਜਾਣਿਆ ਵੀ ਮੇਰੇ ਘਰ ਵਿੱਚ ਜੋ ਸਮੱਗਰੀ ਪਦਾਰਥ ਹੈ ਗੁਰੂ ਦੇ ਹੈ। ਉਹ ਸਿੱਖ ਨੇ ਤਨ ਮਨ ਤਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਏ, ਇਹ ਕੁਝ ਕੀਤਾ ਹੈ। ਜੇ ਤੂੰ ਸਿੱਖੀ ਧਾਰਨ ਕਰਨੀ, ਸਿੱਖ ਬਣ ਤੇ ਐਸਾ ਸਿੱਖ ਬਣ। ਹਾਂ ਜੇ ਤੂੰ ਬਰਕਤੀ ਤਿਆਗੀ ਫਕੀਰ ਸਾਧੂ ਬਣਨਾ ਹੈ, ਫਿਰ ਐਸਾ ਹੋ ਜਿਵੇਂ ਉਹ ਸੰਤ ਬੈਠੇ ਸੀ ਬ੍ਰਿਛ ਥੱਲੇ, ਸ਼ਾਹੂਕਾਰ ਨੇ ਪਦਾਰਥ ਦਿੱਤੇ, ਉਹਨੂੰ ਕੋਈ ਅਸੀਸ ਨਹੀਂ ਦਿੱਤੀ, ਚੋਰ ਚੁੱਕ ਕੇ ਲੈ ਗਿਆ, ਉਹਨੂੰ ਕੋਈ ਬਦਵਾ ਨਹੀਂ ਦਿੱਤੀ, ਬਦ ਅਸੀਸ ਨਹੀਂ ਦਿੱਤੀ, ਉਦੋਂ ਕੋਈ ਬੁਰਾ ਭਲਾ ਨਹੀਂ ਕਿਹਾ। ਐਵੇਂ ਸਮਾਨ ਬਿਰਤੀ ਉਹ ਸਾਧੂਆਂ ਵਰਗੀ ਕਰ ਜੇ ਬਰਕਤੀ ਬਣਨਾ ਹੈ। ਜੇ ਤੂੰ ਤਿਆਗੀ ਘਰ-ਬਾਰ ਦਾ ਬਣ, ਐਸਾ ਤਿਆਗੀ ਹੋ, ਆਏ ਤੇ ਖੁਸ਼ੀ ਨਹੀਂ, ਗਏ ਤੇ ਗਮੀ ਨਹੀਂ। ਜੇ ਤੂੰ ਗ੍ਰਸਥ ਧਰਮ ਅਪਣਾਉਣਾ ਹੈ ਤੇ ਫਿਰ ਉਹ ਪੰਛੀਆਂ ਵਾਂਗ ਜਿਵੇਂ ਤੇਰੇ ਗਏ ਤੇ ਉਹਨਾਂ ਨੇ ਆਪਣਾ ਸਰੀਰ ਛੱਡਣ ਤੱਕ ਵੀ ਸੰਕੋਚ ਨਹੀਂ ਕੀਤਾ, ਆਪਣੇ ਆਪ ਦਾ ਕੁਰਬਾਨ ਕਰ ਦਿੱਤਾ ਕਿ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹਿ ਗੰਗਾ ਕਾ ਨੀਰ। ਉਹ ਗ੍ਰਸਥੀ ਹੈ ਅਸਲੀ, ਜਿਹੜਾ ਵੀ ਜੇ ਜ਼ਰੂਰਤ ਪੈ ਜੇ ਤੇ ਆਪਣੇ ਸਰੀਰ ਦਾ ਹੀ ਪੁੰਨ ਦਾਨ ਕਰ ਦੇਵੇਂ, ਸਰੀਰ ਤੱਕ ਤਿਆਗ ਦੇਵੇਂ, ਛੱਡ ਦੇਵੇਂ। ਸੋ ਗਿਰਹਿ ਗੰਗਾ ਕਾ ਨੀਰ, ਉਹ ਗ੍ਰਸਥੀ ਗੰਗਾ ਦੇ ਜਲ ਵਾਂਗ ਪਵਿੱਤਰ ਹੈ, ਮਹਾਨ। ਫਿਰ ਉਹ ਐਸਾ ਗ੍ਰਸਥੀ ਬਣ ਜਿਵੇਂ ਉਹਨਾਂ ਨੇ ਆਪਣਾ ਆਲਣਾ ਵੀ ਛੁਡਵਾ ਲਿਆ, ਤੈਨੂੰ ਅੱਗ ਲਿਆ ਕੇ ਦਿੱਤੀ, ਆਪਣੇ ਸਰੀਰ ਤੱਕ ਬਲੀਦਾਨ ਦੇ ਕੇ ਤੇਰਾ ਭੋਜਨ ਪੂਰਾ ਕੀਤਾ, ਇਸ ਤਰ੍ਹਾਂ ਗ੍ਰਸਥੀ ਬਣ। ਇਹ ਸੁਣ ਕੇ ਤੇ ਘਬਰਾ ਹੀ ਗਿਆ ਹੈ, ਕਿਸੇ ਤਿੰਨੇ ਕੰਮਾਂ ਨੂੰ ਕਰਨ ਵੀ ਸਮਰੱਥ ਨਹੀਂ ਹੋਇਆ। ਮਹਾਰਾਜ ਇਹ ਤੇ ਬੜੇ ਔਖੇ, ਇਹ ਤੇ ਕੋਈ ਜਿਹੜੇ ਤੁਹਾਡੀ ਜਿਨ੍ਹਾਂ ਦੀ ਕਿਰਪਾ ਹੋਵੇ ਤੇ ਇਸ ਤਰ੍ਹਾਂ ਦੇ ਬਣ ਕੇ ਕਰ ਲੈਂਦੇ ਆ ਗ੍ਰਸਤੀ ਤਿਆਗੀ ਸਿੱਖ ਹੋ ਕੇ, ਉਹਦੇ ਧੰਨ ਹੈ ਮਹਾਰਾਜ। ਮੈਂ ਇਹਨਾਂ ਤਿੰਨਾਂ ਵਿੱਚ ਹੀ ਸਮਰੱਥ ਨਹੀਂ ਹੈਗਾ, ਮੈਂ ਕਿਸੇ ਜੋਗਾ ਨਹੀਂ। ਗੁਰੂ ਮਹਾਰਾਜ ਬਾ ਤੁਹਾਡੀ ਸ਼ਰਨ ਹੀ ਆਇਆ, ਸ਼ਰਨ ਪਾਈ ਦੀ ਰੱਖ ਲਓ ਹੁਣ ਤੁਸੀਂ।
ਸ਼ਰਨ ਤੇ ਆ ਗਿਆ ਮਹਾਰਾਜ, ਆਪ ਕਿਰਪਾ ਕਰੋ, ਜੇ ਸੌਖੇ ਤਰੀਕੇ ਨਾਲ ਮੇਰੀ ਕਲਿਆਣ ਹੋ ਜਾਏ ਉਹ ਤਰੀਕਾ ਦੱਸੋ। ਗੁਰੂ ਮਹਾਰਾਜ ਨੇ ਫਿਰ ਇਹੀ ਕਿਹਾ ਵੀ ਭਾਈ ਤੂੰ ਮਨ ਨੀਵਾਂ ਕਰ ਤੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਹੈ, ਆਏ ਗਏ ਸਿੱਖਾਂ ਦੀ ਸੇਵਾ ਕਰਨੀ ਹੈ, ਹਿਰਦੇ ਵਿੱਚ ਹੰਕਾਰ ਕੋਈ ਨਹੀਂ ਕਰਨਾ, ਧਰਮ ਦੀ ਕਿਰਤ ਕਰਕੇ ਵੰਡ ਛਕਣਾ ਹੈ, ਆਏ ਗਏ ਸਿੱਖਾਂ ਸਾਧੂਆਂ ਨੂੰ ਭੋਜਨ ਛਕਾਉਣਾ ਹੈ, ਹੌਲੀ ਹੌਲੀ ਤੇਰੀ ਆਪੇ ਕਲਿਆਣ ਹੋ ਜਾਏਗੀ। ਨਾਮ ਦਾ ਅਭਿਆਸ ਕਰਨਾ, ਜਿਵੇਂ ਗੁਰੂ ਨੇ ਉਪਦੇਸ਼ ਕੀਤਾ ਉਸੇ ਤਰ੍ਹਾਂ ਕਰਨ ਲੱਗਾ। ਫਿਰ ਅਖੀਰੀ ਹੈ ਜਿਹੜਾ ਇਸ ਦਾ ਵੀ ਇਹ ਸਿੱਖ ਬਣ ਗਿਆ, ਇਹਦਾ ਵੀ ਮਹਾਰਾਜ ਨੇ ਉਧਾਰ ਕੀਤਾ ਸੀ। ਗੁਰੂ ਮਹਾਰਾਜ ਨੇ ਇਹਦਾ ਜਨਮ ਮਰਨ ਕੱਟਿਆ ਉਪਦੇਸ਼ ਦੇ ਕੇ। ਇਸ ਤਰ੍ਹਾਂ ਇੱਕ ਨਹੀਂ, ਗਿਣਤੀ ਮਿਣਤੀ ਕੋਈ ਨਹੀਂ ਹੈ ਜਿਹਨੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਉਪਦੇਸ਼ ਸ਼ੁਭ ਦੇ ਕੇ ਪਾਰ ਉਤਾਰਾ ਜਿਨ੍ਹਾਂ ਦਾ ਕੀਤਾ ਹੈ। ਇਹ ਪ੍ਰਸੰਗ ਆਪਾਂ ਸਰਵਣ ਕੀਤਾ ਕੱਲ੍ਹ। ਸਾਧ ਸੰਗਤ ਜੀ, ਅੱਜ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਗੁਰੂ ਜੀ ਨਾਲ ਮੇਲ ਮਿਲਾਪ ਹੋਇਆ ਅਤੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਬਾਬਾ ਬੁੱਢਾ ਸਾਹਿਬ ਜੀ ਜੋ ਗੁਰੂ ਘਰ ਦੇ ਵੱਡੇ ਸਿੱਖ ਸੇਵਕ ਬ੍ਰਹਮ ਗਿਆਨੀ ਪੂਰਨ ਹੋਏ ਹੈ, ਉਹਨਾਂ ਨੇ ਜਿਵੇਂ ਗੁਰੂ ਕੇ ਮਹਾਰਾਜ ਨਾਲ, ਗੁਰੂ ਸੱਚੇ ਪਾਤਸ਼ਾਹ ਜੀ ਨਾਲ ਮੇਲ ਮਿਲਾਪ ਕੀਤਾ, ਜਿਵੇਂ ਗੁਰੂ ਨੇ ਕਿਰਪਾ ਕੀਤੀ, ਆਓ ਪ੍ਰਸੰਗ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਉ ਜੰਜਾਰ ਉਰਜ ਮਨਾ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਮੰਗਲ ਕਰ ਰਹੇ ਹੈ। ਜਿਹੋ ਜਿਹਾ ਪ੍ਰਸੰਗ ਆਉਂਦਾ ਉਹੋ ਜਿਹਾ ਉੱਪਰ ਕੇਂਦਰੀ ਭਾਵ ਰੂਪ ਵਿੱਚ ਹੀ ਮੰਗਲ ਕਰਦੇ ਹੈ ਕਿ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਮਨ ਦੇ ਸਾਰੇ ਬਖੇੜੇ ਜੰਜਾਲ ਛੱਡ ਕੇ, ਮੋਹ ਮਮਤਾ ਛੱਡ ਕੇ ਗੁਰੂ ਕੀ ਸੇਵਾ ਕੀਤੀ, ਗੁਰੂ ਦੇ ਚਰਨਾਂ ਦੀ, ਅਤੇ ਪਰਮ ਸੁੱਖ ਉਹਨਾਂ ਨੂੰ ਹੋਇਆ। ਉਸੇ ਤਰ੍ਹਾਂ ਇਹ ਮੰਗਲ ਕਰ ਰਹੇ ਹੈ ਜੋ ਗੁਰੂ ਕੇ ਚਰਨਾਂ ਦੀ ਸੇਵਾ ਕਰਨ ਦਾ ਉਪਦੇਸ਼ ਹੈ ਮਨ ਨੂੰ, ਜਿਸ ਵਿੱਚ ਕਹਿੰਦੇ ਆ, ਹੇ ਮੇਰੇ ਮਨਾ, ਕਿਉਂ ਤੂੰ ਆ ਜਿਹੜੇ ਸੰਸਾਰ ਦੇ ਜਿਹੜੇ ਬਖੇੜੇ ਹੈ, ਜੰਜਾਲ ਹੈ, ਸੰਸਾਰ ਰੂਪੀ ਜਾਲ ਦੇ ਬੰਧਨਾਂ ਵਿੱਚ ਤੂੰ ਕਿਉਂ ਫਸ ਰਿਹਾ ਹੈ ਮਨਾ। ਕਾਜ ਨਾ ਤੇਰੇ ਕੋਏ। ਇਹ ਜਿਹੜੇ ਕੰਮਾਂ ਜੰਜਾਲਾਂ 'ਚ ਤੂੰ ਫਸਿਆ ਹੈ ਨਾ, ਇਹ ਅੰਤ ਵੇਲੇ ਹੇ ਮਨਾ ਤੇਰੇ ਕਿਸੇ ਕੰਮ ਨਹੀਂ ਆਉਣੇ। ਅੰਤ ਨੂੰ ਇਹ ਜੰਜਾਲਾਂ ਨੇ ਤੈਨੂੰ ਸਗੋਂ ਜਿਵੇਂ ਹੁਣ ਜਕੜਿਆ ਹੋਰ ਜਕੜ ਲੈਣਗੇ, ਤੇਰੇ ਕਿਸੇ ਕੰਮ ਨਹੀਂ ਆਉਣਾ ਇਹਨਾਂ ਜੰਜਾਲਾਂ ਨੇ। ਸਤਿਗੁਰ ਚਰਨਾ ਸਰੋਜ ਕੋ। ਇਸ ਕਰਕੇ ਹੇ ਮਨਾ, ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਕਮਲ ਹਨ, ਉਹਨਾਂ ਨੂੰ ਸੇਵ ਸਦਾ ਸੁਖ ਹੋਏ। ਉਹਨਾਂ ਚਰਨਾਂ ਦੀ ਸੇਵਾ ਕਰ, ਜਿਸ ਕਰਕੇ ਤੈਨੂੰ ਸदैव ਹੀ ਸਦਾ ਹੀ ਸੁੱਖ, ਮਹਾਨ ਸੁੱਖ ਪ੍ਰਾਪਤ ਹੋਵੇ। ਹਲਤ ਸੁੱਖ ਪਲਤ ਸੁੱਖ ਤੈਨੂੰ ਹੋਵੇ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸੋਣਾ ਸ੍ਰੀ ਤੇ ਹਨ ਕੁਲ ਉਜਿਆਰਾ। ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸ਼੍ਰੋਮਣੀ ਤ੍ਰਿਹਣਾ ਦੀ ਕੁੱਲ ਦੇ ਚਾਨਣ ਪ੍ਰਕਾਸ਼ ਰੂਪ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੀ ਅਗਲੀ ਕਥਾ ਸੁਣੀਏ। ਪ੍ਰਭੂ ਬਿਰਾਜਹ ਪੁਰ ਕਰਤਾਰਾ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਇਵੇਂ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੀ ਹੁਣ ਬਿਰਾਜ ਰਹਿ ਰਹੇ ਹੈ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਇੱਕ ਦਿਨ ਬਹਿਰ ਬਿਰਸ਼ ਕੀ ਛਾਇਆ। ਇੱਕ ਦਿਨ ਦੀ ਗੱਲ ਹੈ ਕਿ ਗੁਰੂ ਮਹਾਰਾਜ ਮੌਜ ਵਿੱਚ ਆ ਕੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਬਾਹਰ ਥੋੜ੍ਹੀ ਦੂਰ ਜਾ ਕੇ
ਇੱਕ ਸੰਘਣੇ ਬਿਰਛ ਦੀ ਛਾਇਆ ਹੇਠ ਬੈਠ ਰਹੇ ਗੁਰ ਸਹਜ ਸੁਭਾਇਆ। ਸੁੱਤੇ ਸਿੱਧੀ ਮੌਜ ਵਿੱਚ ਆ ਕੇ ਗੁਰੂ ਸਾਹਿਬ ਜੀ ਬਿਰਛ ਦੀ ਛਾਇਆ ਹੇਠ ਬੈਠ ਰਹੇ ਸਨ। ਬਾਰਿਕ ਅਜਾ ਚਰਾਵਤ ਆਵਾ। ਇਹਨਾਂ ਨੂੰ ਇੱਕ ਬਾਲਕ ਛੋਟੀ ਉਮਰਾਂ ਦਾ ਹੀ 8-10 ਸਾਲ ਦੀ ਉਮਰ ਹੀ ਸੀ, ਤੇ ਜੋ ਬੱਕਰੀਆਂ ਚਰਾਉਂਦਾ ਚਰਾਉਂਦਾ ਇੱਥੇ ਆ ਗਿਆ ਕਰਤਾਰਪੁਰ ਸਾਹਿਬ। ਜਗਨ ਲੱਗਿਓ ਜਿਹ ਭਾਗ ਸੁਹਾਵਾ। ਗੁਰੂ ਅੰਗਦ ਦੇਵ ਸਾਹਿਬ ਜੀ ਜਿਸ ਬਾਲਕ ਬੱਚੇ ਦੇ ਜਿਹੜੇ ਭਾਗ ਹੈ ਸੋਹਣੇ ਜਾਗਣ ਲੱਗੇ ਸਨ, ਤਿਹ ਬਿਲੋਕ ਬੋਲੇ ਗਤ ਦਾਈ। ਉਸ ਬੱਚੇ ਨੂੰ ਦੇਖ ਕੇ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਬੋਲੇ, ਮੇਰੇ ਤਾਈ ਆਨਹ ਬਾਲੇ ਬਾਲ ਬੁਲਾਈ। ਹੈ ਵੀ ਭਾਈ ਬਾਲਾ, ਉਹ ਜੋ ਬੱਚਾ ਸਾਹਮਣੇ ਬੱਕਰੀਆਂ ਚਰਾ ਰਿਹਾ ਉਹਨੂੰ ਵੀ ਤੂੰ ਬੁਲਾ ਕੇ ਲਿਆ ਸਾਡੇ ਕੋਲ। ਮੈਂ ਗਮਨਿਓ ਜਹ ਅਜਾ ਚਰਾਵਤ। ਫਿਰ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਮੈਂ ਭਾਈ ਬਾਲਾ ਜਿੱਥੇ ਉਹ ਬੱਚਾ ਬੱਕਰੀਆਂ ਚਰਾਉਂਦਾ ਸੀ ਮੈਂ ਚਲਾ ਗਿਆ। ਕਹਿਓ ਬਾਲ ਤੁਝ ਤਪਾ ਬੁਲਾਵਤ। ਉਸ ਬੱਚੇ ਨੂੰ ਕਿਹਾ ਜਾ ਕੇ ਵੀ ਇਹ ਬਾਲਕ ਬੱਚੇ, ਤੇ ਉਹਨੂੰ ਗੁਰੂ ਨਾਨਕ ਸਾਹਿਬ ਤਪਾ ਜੀ ਬੁਲਾਉਂਦੇ ਪਏ ਹਨ। ਕਿਛਕ ਕਹਿਤ ਸੁਣੀਏ ਟਿਕ ਆਈ। ਕੁਝ ਕੁ ਕਹਿਣਾ ਚਾਹੁੰਦੇ ਆ, ਇਸ ਕਰਕੇ ਵੀ ਕੋਲ ਆ ਕੇ ਬਚਨ ਸੁਣੀਏ ਉਹਨਾਂ ਦਾ। ਬਹਰੋ ਅਜਾ ਚਰਾਵਹ ਜਾਈ। ਫੇਰ ਤੂੰ ਆਪਣੇ ਜਿਹੜੀਆਂ ਬੱਕਰੀਆਂ ਚਰਾਉਣ ਲਈ ਫੇਰ ਚਲਿਆ ਜਾਈ। ਸੁਨ ਬਾਲਕ ਆਵਾ ਸੰਗ ਮੇਰੇ। ਗੁਰੂ ਅੰਗਦ ਦੇਵ ਸਾਹਿਬ ਜੀ ਉਹ ਬਾਲਕ ਬੱਚਾ ਮੇਰੇ ਪਾਸੋਂ ਇਹ ਗੱਲ ਸੁਣ ਕੇ ਬੜੀ ਛੇਤੀ ਨਾਲ ਹੀ ਆਇਆ ਹੈ। ਹਰਖਿਓ ਪ੍ਰਭ ਕੋ ਦਰਸ਼ਨ ਹੇਰੇ। ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਦੇਖ ਕੇ ਬੜਾ ਖੁਸ਼ ਪ੍ਰਸੰਨ ਹੋਇਆ। ਚਰਨ ਕਮਲ ਪਰ ਬੰਧਨ ਧਾਰੀ। ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਮੱਥਾ ਟੇਕਣਾ ਕੀਤਾ। ਬਹਰੋ ਠੰਡ ਰਹਿਓ ਅਗਾਰੀ। ਮੱਥਾ ਟੇਕ ਕੇ ਫਿਰ ਗੁਰੂ ਸਾਹਿਬ ਜੀ ਦੇ ਸਨਮੁਖ ਖੜਾ ਹੋ ਕੇ ਹੱਥ ਜੋੜ ਕੇ ਖੜਾ ਹੀ ਰਿਹਾ ਹੈ। ਕਿਰਪਾ ਦ੍ਰਿਸ਼ਟ ਅਵਲੋਕ ਗੁਸਾਈ। ਗੁਸਾ ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕ ਕੇ ਬੱਚੇ ਨੂੰ ਸ੍ਰੀ ਮੁਖ ਕੋਮਲ ਗਿਰਾ ਅਲਾਈ। ਸੋਭਾ ਵਾਲੇ ਮੁਖ ਤੋਂ ਬੜੀ ਕੋਮਲ ਨਰਮ ਬਾਣੀ ਕਹੀ ਹੈ, ਬਚਨ ਕਿਹਾ ਹੈ ਮਿੱਠਾ। ਕਹ ਬਾਲਕ ਕੋ ਹੈ ਤਵ ਨਾਮੋ। ਇਹ ਬਾਲਕ ਬੱਚੇ ਤੇਰਾ ਵੀ ਨਾਮ ਕੀ ਹੈ ਦੱਸ। ਕੌਣ ਗ੍ਰਾਮ ਮੈਂ ਤੇਰੋ ਧਾਮੋ। ਕਿਹੜੇ ਪਿੰਡ ਦੇ ਵਿੱਚ ਤੇਰਾ ਘਰ ਹੈਗਾ ਵਾ। ਕਿਹ ਕੋ ਤਾਤ ਸੋ ਦੇਹੋ ਬਤਾਈ। ਕਿਸ ਦਾ ਵੀ ਤੂੰ ਪੁੱਤਰ ਹੈ। ਬਾਲਕ ਬੱਚੇ ਵੀ ਦੱਸ ਦੇ ਆਪਣੇ ਪਿਤਾ ਦਾ ਨਾਮ। ਅਜਾ ਚਰਾਏ ਕੇ ਆਪਨ ਪਰਾਈ। ਬੱਕਰੀਆਂ ਜਿਹੜੀਆਂ ਚਰਾ ਰਿਆਂ ਇਹ ਆਪਣੀਆਂ ਜਾਂ ਪਰਾਏ ਦੀਆਂ ਕਿਸੇ ਦੀਆਂ। ਸੁਨ ਕਾ ਸਿਸ ਨੇ ਬਚਨ ਉਚਾਰੇ। ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਬੱਚੇ ਨੇ ਸੁਣ ਕੇ ਸਤਿਗੁਰ ਜੀ ਤੋਂ ਫਿਰ ਆਪ ਕਿਹਾ ਬਚਨ। ਘਰ ਹੈ ਨਿਕਟ ਜੋ ਗ੍ਰਾਮ ਤੁਮਾਰੇ। ਗੁਰੂ ਮਹਾਰਾਜ ਜੀ ਇੱਥੇ ਤੁਹਾਡੇ ਨਗਰ ਦੇ ਨੇੜੇ ਮੇਰਾ ਨਗਰ ਹੈ, ਉੱਥੇ ਮੇਰਾ ਘਰ ਹੈ। ਉਂਝ ਕੱਥੂ ਨੰਗਲ ਜਨਮ ਸਥਾਨ ਹੈ ਬਾਬਾ ਬੁੱਢਾ ਸਾਹਿਬ ਜੀ ਦਾ। ਸ੍ਰੀ ਕਰਤਾਰਪੁਰ ਸਾਹਿਬ ਕਾਫੀ ਪੈ ਜਾਂਦਾ, ਅਤੇ ਉਹ ਬੱਕਰੀਆਂ ਚਾਰਦਿਆਂ ਹੀ ਚਲੋ ਚਲੇ ਗਏ ਸਨ। ਅੱਜ ਕੱਲ੍ਹ ਵੀ ਜਿਹੜੇ ਕੋਈ ਗੁੱਜਰ ਗੱਜਰ ਆ ਉਹਦੇ 4-4 5-5 ਕਿਲੋਮੀਟਰ ਹੁਣ ਵੀ ਚਲੇ ਜਾਂਦੇ, 10-10 ਕਿਲੋਮੀਟਰ। ਗਵਾਲੀਅਰ ਆਦਿਕ MP UP ਵਿੱਚ ਵੀ ਡੰਗਰ ਜਦੋਂ ਚਾਰਦੇ ਆ ਕਈ, ਤਾਂ ਉਹ 10-10 ਕਿਲੋਮੀਟਰ 12-12 ਕਿਲੋਮੀਟਰ ਦੂਰ ਚਲੇ ਜਾਂਦੇ ਆ। ਇਵੇਂ ਉਦੋਂ ਕਿਹੜੇ ਨੇ ਕੋਈ ਹੁੰਦਾ ਸੀ, ਅਤੇ ਰੜੇ ਮੈਦਾਨ ਜਾਂ ਜੰਗਲ ਆਦਿਕ ਹੁੰਦੇ ਸੀ, ਚਾਰਦਿਆਂ ਮੌਜ ਨਾਲ ਹੀ ਚਲੇ ਜਾਂਦੇ ਸਨ। ਜਿਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਕੱਥੂ ਨੰਗਲ ਤੋਂ ਚੱਲਦੇ ਉੱਧਰ ਚਲੇ ਗਏ। ਭਾਗੀ ਜਿਨ੍ਹਾਂ ਦੇ ਜਾਗੇ ਸਨ, ਅਤੇ ਕਹਿ ਰਹੇ ਹੈ ਮਹਾਰਾਜ ਤੁਹਾਡੇ ਨੇੜੇ ਜੋ ਨਗਰ ਹੀ ਹੈ ਮੇਰਾ, ਉੱਥੇ ਘਰ ਹੈ, ਭਾਵ ਕੱਥੂ ਨੰਗਲ ਵਿੱਚ। ਬੂੜਾ ਆਖਾ ਮੇਰੋ ਜਾਨਹਾ। ਬੂੜਾ ਕਰਕੇ ਨਾਮ ਮੇਰਾ
ਮਾਤਾ ਪਿਤਾ ਨੇ ਰੱਖਿਆ ਹੋਇਆ ਜਾਣੋ। ਵਰਨ ਜਟੇਟਾ ਹਿਰਦੇ ਪਛਾਨੋ। ਜਿਹੜਾ ਮੇਰਾ ਵਰਨ ਜਾਤ ਹੈ, ਇਵੇਂ ਜ਼ਿਮੀਂਦਾਰਾਂ ਦੇ ਘਰਾਂ ਦਾ ਮੇਰਾ ਜਨਮ ਹੈ, ਹਿਰਦੇ ਵਿੱਚ ਪਛਾਣੋ ਜਾਣੋ। ਮਾਤ ਪਿਤਾ ਕੀ ਆਇਸ ਪਾਈ। ਮੈਂ ਮਾਤਾ ਪਿਤਾ ਜੀ ਦੀ ਆਗਿਆ ਪਾਈ ਹੋਈ ਹੈ ਜੀ। ਅਜਾ ਚਰਾਵਤ ਆਪਨ ਪਰਾਈ। ਮਾਤਾ ਪਿਤਾ ਦੀ ਆਗਿਆ ਪਾ ਕੇ ਜਿਹੜੀਆਂ ਬੱਕਰੀਆਂ ਗੁਰੂ ਸਾਹਿਬ ਜੀ ਆਪਣੀਆਂ ਦੇ ਪਰਾਈਆਂ ਚਰਾਉਂਦਾ ਹਾਂ। ਗੁਰੂ ਭਨਿਆ ਕਰੀਏ ਨਿਜਕਾਰੀ। ਗੁਰੂ ਸਾਹਿਬ ਜੀ ਸੁਣ ਕੇ ਫਿਰ ਕਿਹਾ ਵੀ ਠੀਕ ਹੈ ਬੂੜਾ, ਚਲੋ ਤੁਸੀਂ ਵੀ ਹੁਣ ਆਪਣਾ ਜਾ ਕੇ ਕੰਮ ਕਰੀਏ, ਬੱਕਰੀਆਂ ਚਰਾ। ਜਾਏ ਲਿਹੋ ਨਿਜਾਜਾ ਸੰਭਾਰੀ। ਜਾ ਕੇ ਤੇ ਆਪਣੇ ਉਹ ਬੱਕਰੀਆਂ ਦੀ ਇੱਜ਼ਤ ਨੂੰ ਤੂੰ ਸੰਭਾਲ ਲੈ। ਸਿਸ ਕਹਿ ਸੰਸਾ ਭਾ ਮਠ ਮਾਹੀ। ਉਸ ਵੇਲੇ ਭਾਈ ਬੂੜਾ ਜੋ ਬੱਚੇ ਸਨ ਉਦੋਂ ਕਹਿਣ ਲੱਗੇ, ਮੇਰੇ ਮਨ 'ਚ ਮਹਾਰਾਜ ਸੰਸਾ ਹੋ ਆਇਆ ਹੈ। ਪ੍ਰਥਮ ਬੁਲਾਇਓ ਆਪਣੇ ਪਾਹੀ। ਵੀ ਪਹਿਲਾਂ ਤੁਸਾਂ ਨੇ ਆਪਣੇ ਸਿੱਖ ਸੇਵਕ ਨੂੰ ਭੇਜ ਕੇ ਤੇ ਮੈਨੂੰ ਆਪਣੇ ਪਾਸ ਬੁਲਾਇਆ ਹੈ। ਬਾਹਰ ਨਾ ਕਾਰਜ ਕਛੂ ਬਤਾਇਓ। ਫਿਰ ਜਦੋਂ ਕੋਲ ਆ ਗਿਆ ਤੇ ਕੋਈ ਕੰਮ ਵੀ ਨਹੀਂ ਮੈਨੂੰ ਦੱਸਿਆ। ਜਾਹੋ ਅਬੈ ਮੁਖ ਤੇ ਫਰਮਾਇਓ। ਤੇ ਮੁਖੋਂ ਹੁਣ ਇਹ ਫਰਮਾ ਦਿੱਤਾ ਵੀ ਤੂੰ ਵੀ ਹੁਣ ਚਲਿਆ ਜਾ, ਬੱਕਰੀਆਂ ਸੰਭਾਲ। ਜੋ ਰਾਵਰ ਕੋ ਕਾਜ ਨਾ ਕੋਈ। ਮਹਾਰਾਜ ਜੀ ਆਪ ਜੀ ਨੂੰ ਵੀ ਕੋਈ ਕੰਮ ਹੀ ਨਹੀਂ ਸੀ ਮੇਰੇ ਨਾਲ। ਕਿਉ ਕਾਰਨ ਆਇਸ ਹੋਈ। ਫਿਰ ਕਿਉਂ ਤੁਸਾਂ ਨੇ ਉਹ ਸਿੱਖ ਆਪਣੇ ਨੂੰ ਭੇਜ ਕੇ ਮੈਨੂੰ ਬੁਲਾਇਆ, ਬੁਲਾਉਣ ਦੀ ਆਗਿਆ ਕਿਉਂ ਹੋਈ ਹੈ? ਸ੍ਰੀ ਗੁਰ ਕਹਿਓ ਜੋ ਨਿਕਟ ਹਕਾਰਾ। ਫਿਰ ਕਿਉਂ ਬੁਲਾਇਆ ਜਦੋਂ ਕੋਈ ਕੰਮ ਹੀ ਨਹੀਂ ਹੈ? ਤੇ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਬੱਚੇ, ਜੇ ਅਸਾਂ ਨੇ ਤੈਨੂੰ ਕੋਲ ਸੱਦ ਲਿਆ ਹੈ, ਕੌਣ ਦੋਸ ਇਸ ਵਿਖਿਆ ਨਿਹਾਰਾ। ਕਿਹੜਾ ਦੋਸ਼ ਗੁਨਾਹ ਤੂੰ ਇਸ ਵਿੱਚ ਦੇਖਿਆ ਵੀ ਮੈਨੂੰ ਕਿਉਂ ਬੁਲਾਇਆ ਹੈ? ਮਿਲਨੇ ਬੋਲਨ ਆਪਨ ਪਰਾਈ। ਸਿਆਣੇ ਕਹਿੰਦੇ ਹੈ ਜਦੋਂ ਕਿਸੇ ਨੂੰ ਮਿਲਣਾ ਹੈ ਫਿਰ ਉਹਦੇ ਨਾਲ ਬੋਲਣਾ, ਮਿਲਣ ਬੋਲਣ ਨਾਲ ਆਪਣੇ ਪਰਾਏ ਦੀ ਬੁੱਧ ਸੁਧ ਸਗਰੀ ਪਰ ਲਖਾਈ। ਸਾਰੀ ਜਾਣਕਾਰੀ ਪੈ ਜਾਂਦੀ ਵੀ ਕਿਸੇ ਨਾਲ ਮਿਲਣ ਨਾਲ ਬੋਲਣ ਨਾਲ ਇਹ ਆਪਣਾ ਹੈ, ਪਰਾਇਆ ਹੈ, ਕਿੰਨੀ ਕੁ ਅਕਲ ਬੁੱਧ ਹੈ, ਇਹ ਸਾਰੀ ਜਿਹੜੀ ਖਬਰ ਹੈ ਸੁੱਧ ਜਾਣੀ ਪੈਂਦੀ ਹੈ, ਸਮਝ ਪੈ ਜਾਂਦੀ ਵੀ ਕਿੰਨੀ ਕੁ ਅਕਲ ਬੁੱਧ ਵਾਲਾ ਹੈ ਇਹ। ਬੂੜਾ ਸੁਨ ਕਾ ਬੰਧਨ ਕਰ ਕਾ। ਉਸ ਵੇਲੇ ਉਹ ਬੂੜਾ ਬੱਚਾ ਸੁਣ ਕੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਕਰਕੇ ਤੇ ਚਲਿਆ ਗਿਆ। ਬਦਿਓ ਪ੍ਰੇਮ ਔਰ ਰਹੋ ਵਿਚਰਕਾ। ਹਿਰਦੇ ਵਿੱਚ ਵਿਚਾਰ ਰਿਹਾ ਹੈ ਕਿ ਬੜਾ ਪ੍ਰੇਮ ਵਧਿਆ ਹੈ। ਉਹ ਪ੍ਰੇਮ ਕੀ ਵਧਿਆ ਹੈ ਕਿ ਮਹਾਰਾਜ ਉਹ ਮਨ 'ਚ ਇਹ ਪ੍ਰੇਮ ਵਧਿਆ ਵੀ ਮਨਾ ਛੱਡ ਸੰਸਾਰ ਦੇ ਸਾਰੇ ਝੰਜੜੇ ਝਮੇਲੇ, ਕੰਮ ਧੰਦੇ ਛੱਡ। ਇਹਨਾਂ ਦੀ ਹਜੂਜੋ ਇੰਨੇ ਮਹਾਨ ਹੈ ਐਸੇ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਸ਼ਾਂਤੀ ਆਈ ਹੈ। ਹੁਣ ਵੀ ਇਹਨਾਂ ਕੋਲ ਹੀ ਰਹਿ ਜਾਣਾ ਹੈ। ਇਹਨਾਂ ਦੀ ਸੰਗਤ ਕਰਕੇ ਇਹਨਾਂ ਨੂੰ ਸਾਰਾ ਕੁਝ ਆਪਣਾ ਅਰਪਣ ਕਰ ਦੇਣਾ, ਮਨ ਤਨ ਧਨ। ਇਹਨਾਂ ਕੋਲ ਰਹਿ ਕੇ ਸੇਵਾ ਕਰਨੀ, ਬਾਕੀ ਸੰਸਾਰ ਦੇ ਸਾਰੇ ਕੰਮ ਧੰਦੇ ਛੱਡ ਦੇਣੇ। ਇਹ ਹਿਰਦੇ ਵਿੱਚ ਵਿਚਾਰ ਕੇ ਵੀ ਸੰਸਾਰ ਤੇ ਨਾਸਵਾਨ ਇੱਥੋਂ ਚਲੇ ਜਾਣਾ ਹੈ। ਬੜਾ ਪ੍ਰੇਮ ਵਧਿਆ ਸਤਿਗੁਰੂ ਜੀ ਦੇ ਸੰਬੰਧ ਵਿੱਚ। ਸੰਧਿਆ ਲੋ ਨਿਜ ਅਜਾ ਚਰਾਈ। ਸ਼ਾਮ ਤੱਕ ਆਪਣੀਆਂ ਬੱਕਰੀਆਂ ਨੂੰ ਚਰਾਇਆ ਹੈ। ਜਾਏ ਸਦਨ ਪੁਨ ਰੈਨ ਬਿਤਾਈ। ਜਦੋਂ ਸ਼ਾਮ ਹੋ ਗਈ ਹੈ, ਸ਼ਾਮ ਤੱਕ ਬੱਕਰੀਆਂ ਚਰਾ ਕੇ ਘਰ ਚਲੇ ਗਏ। ਜਾ ਕੇ ਘਰ ਵਿੱਚ ਰਾਤ ਬਤੀਤ ਕੀਤੀ ਹੈ। ਸ੍ਰੀ ਅੰਗਦ ਸੁਣੀਏ ਕਹਿ ਬਾਲਾ। ਗੁਰੂ ਅੰਗਦ ਦੇਵ ਸਾਹਿਬ ਜੀ ਆਪ ਅੱਗੇ ਕਥਾ ਸੁਣੀਏ। ਮੈਂ ਭਾਈ ਬਾਲਾ ਕਹਿੰਦਾ ਹਾਂ। ਮੈਂ ਤਬ ਭੋਜਨ ਕਰੇ ਕਿਰਪਾਲਾ। ਜਦੋਂ ਉਹ ਬੱਚਾ ਚਲਿਆ ਗਿਆ ਆਪਣੇ ਘਰ ਬੱਕਰੀਆਂ ਲੈ ਕੇ, ਤਦੋਂ
ਮੈਂ ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ ਜੀ ਨੂੰ ਪੁੱਛਣਾ ਕੀਤਾ। ਇਹ ਬਾਲਕ ਜੋ ਨਿਕਟ ਬੁਲਾਵਾ। ਗੁਰੂ ਸਾਹਿਬ ਜੀ ਇਹ ਜੋ ਬਾਲਕ ਬੂੜਾ ਤੁਸਾਂ ਨੇ ਆਪਣੇ ਕੋਲ ਬੁਲਾਇਆ ਹੈ, ਤਿਹ ਸੋ ਬਚਨ ਬਿਲਾਸ ਅਲਾਵਾ। ਉਸ ਨਾਲ ਤੁਸਾਂ ਨੇ ਬਚਨ ਬਿਲਾਸ ਵੀ ਕੀਤਾ ਕਿਹਾ ਹੈ। ਕੌਣ ਹੈ ਕਿਉਂ ਨਿਕਟ ਹਕਾਰਾ। ਗੁਰੂ ਮਹਾਰਾਜ ਦੱਸੀਏ ਕੌਣ ਹੈ ਬੱਚਾ ਤੇ ਕਿਉਂ ਇਹਨੂੰ ਕੋਲ ਸੱਦਿਆ ਹੈ। ਮੁਝੇ ਬਿਰਤਾਂਤ ਸੁਨਾਵਹੁ ਸਾਰਾ। ਮੈਨੂੰ ਸਾਰਾ ਇਸ ਬੱਚੇ ਦਾ ਆਉਣ ਵਾਲਾ ਪ੍ਰਸੰਗ ਸੁਣਾਵੋ ਜੀ। ਭਾਨਿਓ ਪ੍ਰਭੂ ਇਹ ਹੋਇ ਮਤਵੰਤਾ। ਗੁਰੂ ਸਾਹਿਬ ਜੀ ਨੇ ਕਿਹਾ ਭਾਈ ਬਾਲਾ ਇਹ ਬੱਚਾ ਬਹੁਤ ਅਕਲ ਮੱਤ ਵਾਲਾ, ਬੜੀ ਤੇਜ ਬੁੱਧੀ ਵਾਲਾ ਹੈ, ਸਿਆਣਾ ਹੈ। ਕਿਤਕ ਦਿਵਸ ਮਹਿ ਪੂਰਨ ਸੰਤਾ। ਤੁਸੀਂ ਵੇਖਿਓ ਕੁਝ ਦਿਨਾਂ ਵਿੱਚ ਇਹਨੇ ਪੂਰਨ ਸੰਤ ਬਣ ਜਾਣਾ, ਬ੍ਰਹਮ ਗਿਆਨੀ। ਹੋਇ ਸਿੱਖੀ ਕੋ ਸਦਨ ਵਿਸਾਲਾ। ਇਹਨੂੰ ਬੱਚਾ ਨਾ ਸਮਝ ਭਾਈ ਬਾਲਾ, ਇਹਦੇ ਸਿੱਖੀ ਦਾ ਬਹੁਤ ਤਕੜਾ ਘਰ ਹੋਵੇਗਾ। ਭਾਵ ਇਹਨਾਂ ਦੇ ਹਿਰਦੇ ਵਿੱਚ ਵੀ ਬੜੀ ਸਿੱਖੀ ਹੋਵੇਗੀ, ਸਿੱਖੀ ਦਾ ਇਹ ਮੱਧ ਧੁਰਾ ਹੋਣਗੇ। ਸ਼ੈ ਨਾ ਸਕੈ ਮਨ ਵਿਸ਼ੈ ਜੰਜਾਲਾ। ਮਨ ਨੂੰ ਜਿਹੜੇ ਵਿਸ਼ੇ ਆ ਤੇ ਸੰਸਾਰ ਦੇ ਮੋਹ ਮਮਤਾ ਦੇ ਜੰਜਾਲ ਬਖੇੜੇ ਆ, ਇਹਨਾਂ ਦੇ ਮਨ ਨੂੰ ਛੋਹ ਨਹੀਂ ਸਕਣਗੇ। ਜੀਵਨ ਮੁਕਤ ਅਵਸਥਾ ਪਾਵੈ। ਜੀਂਦਿਆਂ ਮੁਕਤੀ ਦੀ ਅਵਸਥਾ ਪਾਉਣਗੇ। ਜਿਹੜਾ ਜੀਂਦੇ ਮੋਹ ਮਮਤਾ ਸਾਰੀ ਛੱਡ ਕੇ ਸੰਸਾਰ ਤੇ ਰਹਿਣਗੇ, ਬੰਧਨਾਂ ਤੋਂ ਪਰੇ ਹੋ ਕੇ ਹਰਖ ਸੁਖ ਦੇ ਨਿਆਰੇ ਰਹਿਣਗੇ। ਜਿਹੜਾ ਦੁੱਖ ਸੁੱਖ ਨੂੰ ਇੱਕ ਸਮਾਨ ਸਮਝਣਗੇ, ਜੀਵਨ ਮੁਕਤ ਦੀ ਅਵਸਥਾ ਪਾਉਣਗੇ। ਆਪਣੇ ਬਾਚ ਸੋ ਅਵਰ ਤਰਾਵਹਿ। ਇਸ ਬੱਚੇ ਨੇ ਤੇ ਆਪਣੇ ਬਚਨਾਂ ਨਾਲ ਹੋਰਾਂ ਨੂੰ ਵੀ ਤਾਰਨਾ ਹੈ, ਬੇਅੰਤੀ ਤਾਰੇਗਾ। ਮੈਂ ਬੋਲਿਓ ਜੇ ਹੋਇਆ ਹੈ ਐਸੋ। ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਜੀ ਮੈਂ ਭਾਈ ਬਾਲਾ ਬੋਲਿਆ, ਮਹਾਰਾਜ ਜੇ ਇਹ ਬੱਚਾ ਐਸਾ ਹੈਗਾ ਬੁੱਧੀ ਵਾਲਾ, ਕਿਉਂ ਸਸੰਕ ਪੁੱਛ ਕਾਰਜ ਕੈਸੋ। ਫਿਰ ਗੁਰੂ ਸਾਹਿਬ ਜੀ ਕਿਉਂ ਸ਼ੰਕਾ ਨਾਲ ਆਪ ਜੀ ਨੂੰ ਇਹ ਪੁੱਛਦਾ ਸੀ ਵੀ ਕੀ ਕੰਮ ਹੈ, ਜੇ ਕੰਮ ਨਹੀਂ ਤੇ ਮੈਨੂੰ ਕਿਉਂ ਆਪ ਜੀ ਨੇ ਸੱਦਿਆ ਹੈ। ਸੁਨ ਪੁਨ ਭਾਖਿਓ ਦਇਆ ਆਵਾਸਾ। ਦਇਆ ਦੇ ਘਰ ਸਤਿਗੁਰੂ ਜੀ ਨੇ ਸੁਣ ਕੇ ਫਿਰ ਕਿਹਾ ਮੈਨੂੰ, ਆਪ ਲੋ ਭਇਓ ਨਾ ਹਿਰਦੈ ਪ੍ਰਕਾਸ਼ਾ। ਭਾਈ ਬਾਲਾ ਜਿਹੜੇ ਬਾਲਕ ਆਇਆ ਸੀ ਉਦੋਂ ਇਹਦੇ ਹੁਣ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਨਹੀਂ ਸੀ। ਬਿਗਸੇ ਕਮਲ ਤਬਹਿ ਲਿਹੁ ਪੇਖੀ। ਜਦੋਂ ਇਹਦਾ ਹਿਰਦਾ ਰੂਪੀ ਕਮਲ ਖਿੜ ਜਾਏਗਾ, ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਤਦੋਂ ਤੂੰ ਆਪਣੀਆਂ ਅੱਖਾਂ ਨਾਲ ਆਪ ਹੀ ਦੇਖੀ। ਦੇਵ ਦ੍ਰਿਸ਼ਟ ਜਹ ਹੋਏ ਵਸੇਖੀ। ਜਿਸ ਇਸ ਬਾਲਕ ਦੀ ਦਿਵ ਦ੍ਰਿਸ਼ਟੀ ਵਿਸ਼ੇਸ਼ ਕਰਕੇ ਬੜੀ ਤਕੜੀ ਹੋ ਜਾਏਗੀ, ਤ੍ਰਿਕਾਲ ਦਰਸ਼ੀਏ ਹੋ ਜਾਏਗਾ। ਕਾਬਲੋ ਇਸ ਮਹਿ ਹੋਏ ਪ੍ਰਕਾਸ਼ਾ। ਭਾਈ ਬਾਲਾ ਜੀ ਕਹਿੰਦੇ ਉਸ ਵੇਲੇ ਮੈਂ ਮਹਾਰਾਜ ਜੀ ਨੂੰ ਕਿਹਾ ਵੀ ਮਹਾਰਾਜ ਕਦੋਂ ਕੁ ਤੱਕ ਇਸ ਬੱਚੇ ਦੇ ਵਿੱਚ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਏਗਾ। ਮੋਹਿ ਬਤਾਏ ਦੇਹੋ ਸੁਖ ਰਾਸਾ। ਸਾਰੇ ਸੁੱਖਾਂ ਦੀ ਪੂੰਜੀ ਰਾਸ, ਸਾਰੇ ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਮੈਨੂੰ ਦੱਸ ਦਿਓ ਵੀ ਬਾਲਕ ਦੇ ਹਿਰਦੇ ਵਿੱਚ ਕਦੋਂ ਗਿਆਨ ਹੋ ਜਾਏਗਾ ਤੇ ਕਦੋਂ ਇਹ ਬ੍ਰਹਮ ਗਿਆਨੀ ਬਣ ਜਾਏਗਾ। ਗੁਰ ਕਹਾਇਤੀ ਹੋਤੀ ਅਬ ਦੇਰਾ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਾ ਬਸ ਹੁਣ ਇੰਨੀ ਦੇਰ ਹੀ ਹੈ ਸੀ ਬੋਲਣ ਮਿਲਣ ਦਰਸ ਕੋ ਹੇਰਾ। ਕਿ ਸਾਡੇ ਨਾਲ ਆ ਕੇ ਬੋਲਣਾ ਮਿਲਣਾ ਤੇ ਸਾਡੇ ਦਰਸ਼ਨ ਨੂੰ ਦੇਖਣਾ, ਬਸ ਇੰਨੀ ਕੀ ਦੇਰ ਹੈਗੀ ਸੀ। ਭਲਕ ਬਿਲੋ ਕਹ ਕਸ ਹੈ ਠਾਟਾ। ਤੂੰ ਭਲਕੇ ਇਸ ਨੂੰ ਦੇਖ ਲਈ ਵੀ ਇਸ ਬੱਚੇ ਦਾ ਕੈਸਾ ਠਾਠ ਬਾਠ ਹੋਏਗਾ, ਬਣੇਗਾ। ਫੁੱਲ ਹੈ ਮੋਹ ਕੇ ਬਿਗਟ ਕਪਾਟਾ। ਮੋਹ ਦੇ ਜਿਹੜੇ ਸਖਤ ਤਖਤੇ ਐ, ਆਸਾਂ ਦੇਸਾਂ ਦੇ ਤਖਤੇ ਐ, ਪੰਜਾਂ ਕੋਸ਼ਾਂ ਦੇ ਤਖਤੇ ਐ, ਕਪਾਟ ਝੱਟ ਦੇਣੀ ਹੁਣ ਖੁੱਲ ਜਾਣਗੇ ਅੱਜ ਹੀ। ਬਹਰ ਭੋਰ ਜਬੈ ਹੋਏ ਆਈ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਮਹਾਰਾਜ ਨੇ ਬਚਨ ਕਰ ਦਿੱਤੇ ਤੇ ਜਦੋਂ ਰਾਤ ਬਤੀਤ ਹੋਈ ਤੇ ਸਵੇਰ ਹੋ ਆਈ ਹੈ। ਮਾਖਨ ਬਾਸਨ ਲੀਨ ਉਚਾਈ। ਇਸ ਬਾਲਕ ਨੇ ਆਪਣੇ ਨਗਰ ਕੱਥੂ ਨੰਗਲ ਵਿਖੇ ਜੋ ਘਰ ਵਿੱਚ ਸੀ ਜਿਹੜੀ ਮੱਖਣ ਦੀ ਮੱਗੀ ਜੀ ਹੈ, ਮੱਖਣ ਦਾ ਭਾਂਡਾ ਉਹ ਚੁੱਕ ਲਿਆ। ਮਾਤ ਪਿਤਾ ਕੇ
ਮਾਤ ਪਿਤਾ ਤੇ ਕਰ ਕਾ ਚੋਰੀ। ਆਪਣੇ ਮਾਤਾ ਪਿਤਾ ਤੋਂ ਉਹ ਚੋਰੀ ਕਰਕੇ ਮੱਖਣ ਦਾ ਭਾਂਡਾ ਸਟਕਿਓ ਘਰ ਤੇ ਪ੍ਰਭ ਜਿਸ ਠਾਰੀ। ਘਰੋਂ ਖਿਸਕਾਇਆ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਹਨ, ਸ੍ਰੀ ਕਰਤਾਰਪੁਰ ਸਾਹਿਬ। ਤੂਰਨ ਬੂੜਾ ਪੁਰ ਕਰਤਾਰਾ। ਬੜੀ ਛੇਤੀ ਨਾਲ ਭਾਈ ਬੂੜਾ ਜੀ ਸ੍ਰੀ ਕਰਤਾਰਪੁਰ ਸਾਹਿਬ ਆਏ ਬਿਲੋਕੇ ਮੋਖ ਉਦਾਰਾ। ਜੋ ਮੁਕਤੀ ਦੇਣ ਵਿੱਚ ਬੜੇ ਸਖੀ ਦਾਤੇ ਗੁਰੂ ਨਾਨਕ ਸਾਹਿਬ ਜੀ ਉਦਾਰ ਚਿੱਤ ਹਨ। ਆ ਦੇਖੇ ਇਸ ਭਾਈ ਬੂੜੇ ਬੱਚੇ ਨੇ ਮਾਖਨ ਬਾਸਨ ਅਗਰਜ ਧਰ ਕਾ। ਮੱਖਣ ਦੀ ਮੱਗੀ ਭਾਂਡਾ ਜਾਂ ਸਤਿਗੁਰ ਜੀ ਦੇ ਅੱਗੇ ਰੱਖ ਕੇ ਬੈਠਿਓ ਨਿਕਟ ਬੰਦਨਾ ਕਰ ਕਾ। ਮਹਾਰਾਜ ਨੂੰ ਮੱਥਾ ਟੇਕ ਕਰਕੇ ਕੋਲ ਹੋ ਕੇ ਬੈਠ ਗਿਆ। ਮੁਸਕਾਨੇ ਪ੍ਰਭ ਬਚਨ ਲਾਇਓ। ਗੁਰੂ ਮਹਾਰਾਜ ਜੀ ਭਾਈ ਬੂੜੇ ਨੂੰ ਦੇਖ ਕੇ ਥੋੜਾ ਥੋੜਾ ਹੱਸੇ ਹੈ, ਮੁਸਕਰਾਉਂਦਿਆਂ ਹੋਇਆਂ ਬਚਨ ਕਿਹਾ। ਮਾਖਨ ਬਾਸਨ ਕਹਾ ਤੇ ਲਿਆਇਓ। ਐ ਵੀ ਬੱਚੇ ਮੱਖਣ ਦਾ ਜਿਹੜਾ ਭਾਂਡਾ ਵੀ ਤੂੰ ਕਿੱਥੋਂ ਲਿਆਇਆ ਹੈ? ਸੁਨਹਾ ਤਪਾ ਜੀ ਰਾਵਰ ਹੇਤਾ। ਗੁਰੂ ਨਾਨਕ ਸਾਹਿਬ ਤਪਾ ਜੀ ਸੁਣੋ ਆਪ ਜੀ ਦੇ ਵਾਸਤੇ ਕ੍ਰਿਤ ਆਨਿਓ ਮੈਂ ਆਪਨ ਨਿਕੇਤਾ। ਆਪਣੇ ਘਰ ਵਿੱਚੋਂ ਹੀ ਗੁਰੂ ਮਹਾਰਾਜ ਮੱਖਣ ਦਾ ਮੱਗਾ ਮੈਂ ਲੈ ਆਇਆ ਹਾਂ। ਦਰਸ ਸੰਤ ਗੁਰ ਸ਼ੂਸ਼ ਨਾ ਜਾਣਾ। ਕਿਉਂਕਿ ਸਿਆਣੇ ਵੀ ਕਹਿੰਦੇ, ਧਰਮ ਗ੍ਰੰਥ ਵੀ ਕਹਿੰਦੇ ਆ ਵੀ ਸੰਤ ਕੋ ਜਾਈਏ, ਗੁਰੂ ਕੋ ਜਾਈਏ, ਦਰਸ਼ਨ ਕਰਨ ਕਦੀ ਖਾਲੀ ਹੱਥ ਨਾ ਜਾਈਏ। ਆਸ ਵਿਚਾਰ ਔਰ ਵਿਖਾ ਉਠਾਨਾ। ਇਸ ਤਰ੍ਹਾਂ ਵਿਚਾਰ ਮੇਰੇ ਹਿਰਦੇ ਵਿੱਚ ਉੱਠਿਆ ਵੀ ਗੁਰੂ ਕੇ ਦਰਸ਼ਨ ਨੂੰ ਜਾਈਏ, ਸੰਤਾਂ ਦੇ ਦਰਸ਼ਨ ਨੂੰ ਜਾਈਏ, ਭਾਈ ਕਦੀ ਖਾਲੀ ਹੱਥ ਨਹੀਂ ਜਾਈਦਾ। ਉਹ ਬਾਲਕ ਹੈ ਲਗ ਤਨ ਤੇਰਾ। ਗੁਰੂ ਮਹਾਰਾਜ ਕਹਿਣ ਲੱਗੇ, ਹੈ ਬਾਲਕ ਬੱਚੇ ਆ ਸਰੀਰ ਤੇ ਤੇਰਾ ਵੀ ਬਹੁਤ ਛੋਟਾ ਹੀ ਹੈ। ਨਿਸ਼ਚੈ ਕਰ ਕੋ ਘਰ ਨਿਜ ਹੇਰਾ। ਤੂੰ ਨਿਸ਼ਚੈ ਯਕੀਨ ਭਰੋਸਾ ਕਰਕੇ ਦੱਸ ਵੀ ਕਿਹੜਾ ਤੂੰ ਆਪਣਾ ਜਿਹੜਾ ਘਰ ਦੇਖਿਆ ਹੈ, ਵੀ ਅਸਲ ਘਰ ਕਿਹੜਾ ਹੈ? ਜਿਸ ਮਹਿ ਫਸ ਕਾ ਨਿਕਸਨ ਭਾਰੀ। ਵੀ ਆਹ ਘਰ ਵੇਖਿਆ ਵੀ ਮੇਰਾ ਘਰ ਹੈ, ਵੀ ਜਿੱਥੇ ਮੈਂ ਰਹਿ ਰਿਹਾ ਤੇ ਉੱਥੋਂ ਜਿਹੜਾ ਮੱਖਣ ਦਾ ਭਾਂਡਾ ਚੁੱਕ ਲਿਆਂਦਾ ਵੀ ਸਾਡਾ ਹੀ ਹੈ। ਮਹਾਰਾਜ ਕਹਿੰਦੇ ਇਸ ਘਰ ਨੂੰ ਤੂੰ ਆਪਣਾ ਅਸਲ ਘਰ ਦੇਖਿਆ ਜਾਣਿਆ ਵੀ ਜਿਸ ਵਿੱਚ ਫਸ ਕੇ ਨਿਕਲਣਾ ਬੜਾ ਭਾਰੀ, ਜੋ ਫਸ ਗਿਆ ਨਿਕਲ ਨਹੀਂ ਸਕਦਾ। ਜਾਲ ਮੀਨ ਕੀ ਰੀਤ ਵਿਚਾਰੀ। ਇਹ ਤੇ ਜਾਲ ਵਿੱਚ ਜਿਵੇਂ ਮੱਛੀ ਫਸੀ ਹੁੰਦੀ ਹੈ ਉਹ ਰੀਤੀ ਹੈ ਵੀ ਜਦੋਂ ਜਾਲ ਵਿੱਚ ਮੱਛੀ ਫਸ ਜੇ ਉਹ ਨਿਕਲ ਨਹੀਂ ਸਕਦੀ, ਉਹ ਰੀਤੀ ਵਿਚਾਰੀ ਜਾਂਦੀ। ਜਿਹੜਾ ਘਰ ਦੇ ਵਿੱਚ ਫਸ ਜਾਣਾ ਹੈ ਤੇ ਇਹ ਸਮਝ ਲਾ ਵੀ ਜਿਹੜਾ ਇਹ ਘਰ ਵਿੱਚ ਫਸ ਜਾਣਾ ਜਾਲ ਦੀ ਮੱਛੀ ਦੀ ਨਹੀਂ ਹੈ। ਕੀ ਤੂੰ ਇਸ ਨੂੰ ਆਪਣਾ ਘਰ ਜਾਣਿਆ ਹੈ? ਸਿਸ ਕਹਿ ਮਾਤ ਪਿਤਾ ਘਰ ਜੋ। ਉਸ ਵੇਲੇ ਗੁਰੂ ਸਾਹਿਬ ਜੀ ਉਹ ਬਾਲਕ ਬੂੜਾ ਕਹਿਣ ਲੱਗਾ, ਮਾਤਾ ਗੁਰੂ ਮਹਾਰਾਜ ਜੀ ਜੋ ਮੇਰੇ ਮਾਤਾ ਪਿਤਾ ਹਨ ਮੈਂ ਪਹਿਚਾਨਿਆ ਆਪਣਾ ਸੋ। ਜਿਸ ਘਰ ਵਿੱਚ ਮੇਰੇ ਮਾਤਾ ਪਿਤਾ ਰਹਿੰਦੇ ਮੈਂ ਜਾਣਿਆ ਪਹਿਚਾਣਿਆ ਵੀ ਉਹ ਆਪਣਾ ਹੀ ਹੈ। ਉਹ ਮਾਤਾ ਪਿਤਾ ਮੇਰੇ ਆਪਣੇ ਹੈ। ਮਾਤਾ ਪਿਤਾ ਦੀ ਜੋ ਚੀਜ਼ਾਂ ਘਰ ਵਿੱਚ ਉਹ ਵੀ ਆਪਣੀਆਂ। ਇਸ ਕਰਕੇ ਇਹ ਜਿਹੜਾ ਮੱਖਣ ਇਹ ਵੀ ਮੈਂ ਆਪਣੇ ਪਛਾਣਿਆ ਸਮਝਿਆ ਹੈ। ਤਹਾਂ ਤੇ ਮਾਖਨ ਬਾਸਨ ਲੀਨਾ। ਵੀ ਜੋ ਮੇਰੇ ਮਾਤਾ ਪਿਤਾ ਹੈ, ਜੋ ਮਾਤਾ ਪਿਤਾ ਦਾ ਉਹੀਓ ਮੇਰਾ ਹੈ, ਮੈਂ ਉਹਨਾਂ ਦਾ ਬੱਚਾ ਹਾਂ। ਇਸ ਕਰਕੇ ਮੱਖਣ ਵੀ ਮਹਾਰਾਜ ਸਾਡਾ ਹੀ ਹੈ ਤੇ ਉੱਥੋਂ ਮੱਖਣ ਦਾ ਭਾਂਡਾ ਮੈਂ ਲੈ ਆਇਆ ਹਾਂ। ਆਨ ਉਪਾਇਨ ਤੁਮਰੀ ਕੀਨਾ। ਲਿਆ ਕੇ ਤੇ ਤੁਹਾਡੀ ਭੇਟਾ ਕੀਤਾ ਹੈ ਜੀ। ਹੋਰ ਉਠਤ ਭੀ ਚੌਪ ਨਵੀਨੀ। ਗੁਰੂ ਸਾਹਿਬ ਜੀ ਕੀ ਦੱਸਾਂ ਵੀ ਸਵੇਰੇ ਤੜਕੇ ਉੱਠਦਿਆਂ ਮੈਨੂੰ ਤੇ ਬੜਾ ਹੀ ਨਵਾਂ ਹੀ ਚਾਅ ਚੜਿਆ। ਆਵਨ ਲੱਗੇ ਨਾ ਸੁਧ ਕਿਸ ਦੀਨੀ। ਮੈਨੂੰ ਬੜਾ ਸ਼ੌਂਕ ਨਵਾਂ ਹੀ ਚੜਿਆ। ਆਉਣ ਲੱਗਿਆ ਤੇ ਮੈਂ ਤੇ ਆਪਣੇ ਮਾਤਾ ਪਿਤਾ ਜੀ ਨੂੰ ਖਬਰ ਨਹੀਂ ਕੋਈ ਦਿੱਤੀ ਹੈ। ਦੋਹਰਾ ਉਹ ਬਾਲਕ ਪਿਤ ਮਾਤ ਦੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਬਾਲਕ ਬੂੜੇ ਤੂੰ ਆਪਣੇ ਮਾਤਾ ਪਿਤਾ ਤੋਂ ਆਨਿਆ ਕ੍ਰਿਤ ਚਰਾਏ। ਚੋਰੀ ਕਰਕੇ ਇਹ ਜਿਹੜਾ ਮੱਖਣ ਦਾ ਭਾਂਡਾ ਲਿਆਂਦਾ ਹੋਇਆ ਹੈ। ਬਹੁਰ ਜੇ ਘਰ ਜਾਵਈ। ਇਸ ਕਰਕੇ ਵੀ ਅਸੀਂ ਨਹੀਂ ਛਕਣਾ ਹੈ।
ਜੇ ਤੂੰ ਵੀ ਘਰ ਵਾਪਸ ਜਾਏਗਾ ਮਾਰਹਿ ਤੋਹਿ ਰਸਾਏ। ਤੇਰੇ ਮਾਤਾ ਪਿਤਾ ਗੁੱਸਾ ਕਰਕੇ ਉਹ ਤੈਨੂੰ ਮਾਰਨਗੇ, ਕੁੱਟਣਗੇ। ਚੌਪਈ ਇਹ ਮਾਖਨ ਹਮ ਲੇਵਹਿ ਨਾਹੀ। ਭਾਈ ਬੂੜਾ, ਹੁਣ ਬੱਚੇ ਤੂੰ ਇਹ ਮੱਖਣ ਦਾ ਭਾਂਡਾ ਚੋਰੀ ਕਰਕੇ ਲਿਆਂਦਾ, ਇਸ ਕਰਕੇ ਅਸੀਂ ਲਵਾਂਗੇ ਨਹੀਂ। ਗਵਨਹੁ ਲੈ ਆਪਣੇ ਘਰ ਮਾਹੀ। ਆਪਣੇ ਘਰ ਵਿੱਚ ਤੂੰ ਲੈ ਕੇ ਚਲਿਆ ਜਾ। ਪਹੁੰਚ ਹਮਕੋ ਤਾਂ ਜੋ ਲਿਆਏ। ਜੋ ਤੈਨੇ ਮੱਖਣ ਸ਼ਰਧਾ ਨਾਲ ਸਾਡੇ ਪਾਸ ਲਿਆਂਦਾ ਉਹ ਸਾਨੂੰ ਪਹੁੰਚ ਗਿਆ ਹੈ। ਵੈ ਪ੍ਰਸੰਨ ਦੇਖਿਓ ਵਰ ਭਾਏ। ਤੇਰੇ ਹਿਰਦੇ ਦਾ ਪ੍ਰੇਮ ਸੱਚਾ ਸੁੱਚਾ ਦੇਖ ਕੇ ਵੀ ਅਸੀਂ ਬੱਚੇ ਪ੍ਰਸੰਨ ਹਾਂ ਤੇਰੇ ਉੱਪਰ। ਸੁਨ ਕੈ ਬੂੜਾ ਰੋਵਨ ਲਾਗਾ। ਸੁਣ ਕਰਕੇ ਭਾਈ ਬੂੜਾ ਬੱਚਾ ਤੇ ਰੋਣ ਹੀ ਲੱਗ ਪਿਆ। ਪ੍ਰੇਮ ਬਿਰਹਿ ਔਰ ਅੰਤਰ ਜਾਗਾ। ਹਿਰਦੇ ਅੰਦਰ ਪ੍ਰੇਮ ਤੇ ਵਿਛੋੜਾ ਦੋਵੇਂ ਜਾਗੇ ਐ ਕਿ ਕੱਲ ਦਰਸ਼ਨ ਕਰਕੇ ਸ਼ਾਂਤੀ ਹੋਈ, ਨਵਾਂ ਚਾਅ ਉੱਠਿਆ। ਇਹ ਪ੍ਰੇਮ ਸੀ ਕਿ ਜਾ ਕੇ ਦਰਸ਼ਨ ਕਰਾਂ, ਪ੍ਰਸੰਨ ਕਰਾਂ ਮਹਾਰਾਜ ਜੀ ਨੂੰ। ਅੱਜ ਇਹ ਛਕ ਨਹੀਂ ਰਹੇ ਤੇ ਮੈਂ ਨਾਰਾਜ਼ ਹੋ ਜਾਵਾਂਗਾ, ਵਿਛੋੜਾ ਹੋ ਜਾਊਗਾ। ਵੀ ਇਹ ਵਿਛੋੜਾ ਹੀ ਹੈ ਨਾ ਜਿਹੜਾ ਮੇਰਾ ਲਿਆਂਦਾ ਹੋਇਆ, ਅੱਖਾਂ ਛਕ ਨਹੀਂ ਰਹੇ ਮਹਾਰਾਜ। ਇਵੇਂ ਹਿਰਦੇ ਵਿੱਚ ਪ੍ਰੇਮ ਤੇ ਵਿਛੋੜਾ ਦੋਵੇਂ ਜਾਗੇ ਐ। ਮਾਰਹਿ ਮਾਤ ਪਿਤਾ ਮੁਝ ਕਬਹੀ। ਉਸ ਵੇਲੇ ਕਹਿਣ ਲੱਗੇ ਭਾਈ ਬੂੜਾ ਜੀ ਵੀ ਗੁਰੂ ਮਹਾਰਾਜ, ਆ ਮਾਤਾ ਪਿਤਾ ਦੇ ਮੈਨੂੰ ਕਦੇ ਪਤਾ ਨਹੀਂ ਕਦੋਂ ਮਾਰਨਗੇ। ਤੁਮ ਮਾਰਤ ਹੋ ਮੋਕੋ ਅਬਹੀ। ਤੁਸੀਂ ਤੇ ਮੈਨੂੰ ਮਨਾ ਕਰਕੇ ਹੁਣੇ ਮਾਰ ਰਹੇ ਹੋ। ਤੁਹਾਡੀ ਤੇ ਮਾਰ ਮੈਨੂੰ ਹੁਣੇ ਵੱਜ ਰਹੀ ਹੈ। ਮਾਂ ਪਿਓ ਦਾ ਕੀ ਲੈਣਾ ਵੀ ਜਾਵਾਂ ਉਹ ਮਾਰਨ ਕਿ ਨਾ ਮਾਰਨ, ਜਾਂ ਕਦੋਂ ਮਾਰਨਗੇ। ਗੁਰੂ ਮਹਾਰਾਜ ਤੁਸੀਂ ਤੇ ਹੁਣੇ ਮੈਨੂੰ ਮਾਰ ਰਹੇ ਹੋ। ਸ੍ਰੀ ਗੁਰ ਭਨਾ ਕੋ ਵਾਕ ਨਾ ਕਹਿਓ। ਗੁਰੂ ਮਹਾਰਾਜ ਕਹਿਣ ਲੱਗੇ ਅਸਾਂ ਨੇ ਕੋਈ ਮਾੜਾ ਬਚਨ ਤੇ ਤੈਨੂੰ ਨਹੀਂ ਕਿਹਾ ਹੈ। ਹਮਨਾ ਤੋਰ ਭਲਾ ਹੀ ਚਾਹਿਓ। ਅਸਾਂ ਨੇ ਕੋਈ ਮਾੜੀ ਗੱਲ ਨਹੀਂ ਨਾ ਆਖੀ, ਅਸਾਂ ਦੇ ਤੇਰਾ ਭਲਾ ਹੀ ਚਾਹਿਆ ਵੀ ਜੇ ਤੂੰ ਇੱਥੇ ਦੇ ਜਾਏਗਾ ਮੱਖਣ ਅਸੀਂ ਛਕ ਛਕਾ ਲਵਾਂਗੇ। ਮਾਤਾ ਪਿਤਾ ਗੁੱਸਾ ਕਰਨਗੇ, ਉਹ ਤੈਨੂੰ ਮਾਰਨਗੇ ਵੀ ਕਿੱਥੇ ਮੱਖਣ ਵਾਲਾ ਭਾਂਡਾ। ਕੌਣ ਮਾਰ ਕੀਨੀ ਤੁਝ ਤਾਈ। ਕਿਹੜੀ ਜਿਹੜੀ ਮਾਰ ਕੁੱਟ ਅਸਾਂ ਤੇਰੇ ਤਾਈ ਕੀਤੀ ਹੈ। ਜਾ ਤੇ ਰੁਦਨ ਕਰਾਂ ਬਿਲ ਲਾਈ। ਜਿਸ ਕਰਕੇ ਵੀ ਤੂੰ ਰੋਣਾ ਕਰ ਰਿਹਾ ਹੈ ਤੇ ਵਿਲਕਦਾ ਹੈ, ਕਰਲਾਉਂਦਾ ਹੈ। ਸੁਨਹਾ ਪ੍ਰਭੂ ਜਸ ਮਾਰਿਓ ਮੋਹੀ। ਉਸ ਵੇਲੇ ਭਾਈ ਬੂੜਾ ਜੀ ਕਹਿਣ ਲੱਗੇ ਗੁਰੂ ਮਹਾਰਾਜ ਜਿਸ ਤਰ੍ਹਾਂ ਤੁਸਾਂ ਮੈਨੂੰ ਮਾਰਿਆ ਹੈਗਾ ਵਾ ਨਾ, ਹੁਣ ਇਸ ਤੇ ਵੱਡੀ ਮਾਰ ਨਹ ਹੋਈ। ਇਸ ਤੋਂ ਵੱਡੀ ਮਾਰ ਤੇ ਮਾਤਾ ਪਿਤਾ ਦੀ ਵੀ ਕਦੀ ਹੋਣੀ ਨਹੀਂ ਹੈ ਜਿਹੋ ਜੀ ਮਾਰ ਤੁਸਾਂ ਨੇ ਮਾਰ ਦਿੱਤੀ ਹੈ। ਬਾਰਿਓ ਦੀਪਕ ਦਿਵਤ ਪ੍ਰਕਾਸ਼ਾ। ਹੀਰੇ ਦੇ ਅੰਦਰ ਗਿਆਨ ਦਾ ਦੀਵਾ ਬਾਲਿਆ ਸੀ ਤੇ ਉਸ ਨੂੰ ਜਗਾ ਕੇ ਪ੍ਰਕਾਸ਼ ਕੀਤਾ ਸੀ। ਪੁਨ ਬੁਝਾਏ ਕਾ ਕਰਹੁ ਨਿਰਾਸਾ। ਉਸ ਨੂੰ ਬੁਝਾ ਕੇ ਮਹਾਰਾਜ ਨਿਰਾਸ਼ ਕਰ ਰਹੇ, ਹੁਣ ਮਨਾ ਕਰ ਦਿਓ। ਮੇਰੇ ਅੰਦਰੋਂ ਗਿਆਨ ਦਾ ਦੀਵਾ ਬੁਝਾਉਂਦੇ ਹੋ ਜੀ। ਤੁਮ ਹੈ ਉਚਿਤ ਅਧਿਕਾਏ ਜਰਾਵੋ। ਤੁਹਾਨੂੰ ਤੇ ਗੁਰੂ ਮਹਾਰਾਜ ਜੋ ਜੋਗ ਸੀ ਵੀ ਉਹ ਗਿਆਨ ਦਾ ਦੀਵਾ ਤੁਸੀਂ ਬਹੁਤਾ ਜਗਾਉਂਦੇ। ਪਾਏ ਸਨੇਹ ਗੁਣ ਹੈ ਉਕਸਾਵੋ। ਤੇ ਉਹਦੇ ਵਿੱਚ ਪ੍ਰੇਮ ਜਿਹੜਾ ਹੈ, ਪ੍ਰੇਮ ਪਾ ਕੇ, ਪ੍ਰੇਮ ਦਾ ਤੇਲ ਪਾ ਕੇ ਤੇ ਸੱਚੇ ਪਾਤਸ਼ਾਹ ਜੀ ਤੁਸੀਂ ਤੇਲ ਪਾ ਕੇ ਵਿੱਚ ਵੱਟੀ ਪਾ ਕੇ ਉਹਨੂੰ ਉੱਚਾ ਕਰਦੇ। ਗੁਣ ਹੈ ਉਕਸਾਵੋ, ਉਹਨੂੰ ਉੱਚਾ ਕਰਦੇ। ਭਾਵ ਕਿ ਹਿਰਦਾ ਰੂਪੀ ਜਿਹੜਾ ਦੀਵਾ ਹੈ ਉਹਦੇ ਵਿੱਚ ਪ੍ਰੇਮ ਦਾ ਤੇਲ ਪਾ ਕੇ ਤੇ ਜਿਹੜਾ ਹੈ ਅੰਤਰਮੁਖ ਬਿਰਤੀ ਕਰਨ ਰੂਪ ਉਹਨੂੰ ਤਾਂ ਚੁੱਕਦੇ, ਉਹਨੂੰ ਮਹਾਨ ਕਰਦੇ ਵੀ ਤੁਹਾਡੇ ਚਰਨਾਂ ਨਾਲ ਸਗੋਂ ਅੰਤਰਮੁਖ ਬਿਰਤੀ ਜੁੜਦੀ। ਸੱਚੇ ਪਾਤਸ਼ਾਹ ਜੀ ਤੁਹਾਨੂੰ ਤੇ ਇਹ ਕਰਨਾ ਚਾਹੀਦਾ ਸੀ ਵੀ ਹਿਰਦੇ ਰੂਪੀ ਦੀਵੇ ਦੇ ਵਿੱਚ ਪ੍ਰੇਮ ਦਾ ਤੇਲ ਪਾ ਕੇ ਅੰਤਰਮੁਖ ਬਿਰਤੀ ਰੂਪ ਨੂੰ ਚੁੱਕਦੇ, ਮਹਾਨ ਕਰਦੇ ਤੇ ਗਿਆਨ ਦਾ ਪ੍ਰਕਾਸ਼ ਕਰਦੇ ਜਗਾ ਕੇ ਦੀਵਾ। ਤਮ ਕੋ ਟਾਰ ਵਸਤ ਖਰਾਵੋ। ਅਗਿਆਨ ਰੂਪੀ ਹਨੇਰੇ ਨੂੰ ਟਾਲ ਕੇ ਆਤਮ ਵਸਤੂ ਦੀ ਪ੍ਰਾਪਤੀ ਰੂਪ ਉਸ ਵਸਤੂ ਆਤਮ ਸਰੂਪ ਨੂੰ ਦਿਖਾਉਂਦੇ। ਪੂਰ ਆਸ ਆਸ ਕਸ਼ਟ ਮਿਟਾਵੋ। ਮੇਰੀ ਪੂਰੀ ਆਸਾ ਐਸੀ ਕਰਕੇ ਮੇਰਾ ਜੰਮਣ ਮਨ ਦਾ ਦੁੱਖ ਮਿਟਾਉਂਦੇ। ਸੋਰਠਾ
ਮੁਸਕਾਨੇ ਗੁਣ ਖਾਨਾ। ਗੁਣਾਂ ਦੀ ਖਾਣ ਸਤਿਗੁਰੂ ਜੀ ਸੁਣ ਕੇ ਭਾਈ ਬੂੜੇ ਤੋਂ ਮੁਸਕਰਾਏ, ਹੱਸੇ ਥੋੜਾ ਥੋੜਾ। ਬਾਣੀ ਤਿਹ ਤੋਂ ਪੁਨ ਭਣੀ। ਫਿਰ ਉਸ ਨਾਲ ਇਸ ਤਰ੍ਹਾਂ ਦਾ ਬਚਨ ਕਿਹਾ, ਬੁੱਢੇ ਵੱਡੇ ਸਮਾਨ। ਕਿ ਜਿਵੇਂ ਬੜੇ ਵੱਡੇ ਕੋਈ ਬੁੱਢੇ ਹੁੰਦੇ ਆ, ਉਹ ਵੱਡੇ ਵੱਡੇ ਬੁੱਢਿਆਂ ਦੇ ਸਮਾਨ। ਬਾਤਾਂ ਤੋਂ ਮੁਖ ਤੇ ਕਹਾ। ਇਹ ਬੱਚੇ ਤੂੰ ਗੱਲਾਂ ਮੁਖ ਤੋਂ ਇਵੇਂ ਕਹਿਣਾ ਜਿਵੇਂ ਬਹੁਤ ਵੱਡਾ ਬੁੱਢਾ ਹੋਵੇ, ਸਿਆਣਾ ਹੋਵੇ। ਤਬ ਹੀ ਤੇ ਇਹ ਨਾਮ। ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਅੰਗਦ ਦੇਵ ਸਾਹਿਬ ਜੀ, ਤਦੋਂ ਤੋਂ ਹੀ ਜਿਹੜਾ ਨਾ ਇਹ ਨਾਮ ਭਾਈ ਬੁੱਢਾ ਕਹਤ ਹੈ। ਬਾਬਾ ਬੁੱਢਾ ਸਾਹਿਬ ਕਹਿੰਦੇ ਹੈ। ਜੋ ਭਾਈ ਦੀ ਪਦਵੀ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਖਸ਼ੀ ਸੀ। ਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾਂ ਤੇ ਬੁੱਢਾ ਸਾਹਿਬ ਹੀ ਕਹਿੰਦੇ ਸਨ। ਇਹ ਮਹਾਰਾਜ ਜੀ ਦੇ ਬਚਨਾਂ ਕਰਕੇ ਵੀ ਬੁੱਢਿਆਂ ਸਮਾਨ ਤੁਸੀਂ ਮੁੱਖੋਂ ਬਚਨ ਕਹਿੰਦੇ ਹੋ। ਤੁਹਾਡੀਆਂ ਗੱਲਾਂ ਬਜ਼ੁਰਗਾਂ ਵਾਲੀਆਂ, ਬੜੇ ਸਿਆਣੇ ਹੋ। ਇਸੇ ਕਰਕੇ ਮਹਾਰਾਜ ਉਹਨਾਂ ਨੂੰ ਭਾਈ ਬੁੱਢਾ ਸਾਹਿਬ, ਬਾਬਾ ਬੁੱਢਾ ਸਾਹਿਬ ਕਹਿੰਦੇ ਹੈ। ਸ਼ਰਨ ਗਇਓ ਸੁਖ ਧਾਮ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਦੀ ਸ਼ਰਨ ਨੂੰ ਗ੍ਰਹਿਣ ਕੀਤਾ। ਕਰਨਾ ਕੀਨੀ ਜਗਤ ਗੁਰ। ਜਗਤ ਦੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬੜੀ ਕਿਰਪਾ ਕੀਤੀ। ਚੌਪਈ ਹੇ ਸਿਸ ਕਰ ਕਾ ਭਾਨ ਭਾਰੀ। ਹੇ ਸਿਸ਼ ਬਾਲਕ ਬੱਚੇ, ਆਪਣੇ ਹਿਰਦੇ ਵਿੱਚ ਬੜੀ ਭਾਵਨੀ ਸ਼ਰਧਾ ਭਾਰੀ ਧਾਰ ਕੇ ਬੰਧਨ ਕਰ ਕਰ ਤਾਰ ਅਗਾਰੀ। ਜੋ ਸ੍ਰਿਸ਼ਟੀ ਦਾ ਕਰਤਾ ਹਰਦਾ ਕਰਤਾਰ ਪਰਮੇਸ਼ਰ, ਉਹਦੇ ਅੱਗੇ ਤੂੰ ਮੱਥਾ ਟੇਕਣਾ ਕਰ। ਪੂਰਨ ਹੋਵਹਿ ਔਰ ਕੀ ਆਸਾ। ਤੇਰੇ ਹਿਰਦੇ ਦੀ ਜਿਹੜੀ ਆਸਾ ਨਾ ਵੀ ਮੇਰਾ ਜੰਮਣ ਮਰਨ ਕੱਟਿਆ ਜਾਵੇ, ਹਿਰਦੇ ਵਿੱਚ ਗਿਆਨ ਦਾ ਦੀਵਾ ਜਗ ਜਾਏ, ਪ੍ਰਕਾਸ਼ ਹੋ ਜਾਏ ਗਿਆਨ ਦਾ, ਉਹ ਤੇਰੀ ਹਿਰਦੇ ਦੀ ਆਸਾ ਪੂਰਨ ਹੋਵੇਗੀ। ਪ੍ਰਾਪਤ ਭਲੋ ਗਿਆਨ ਸੁਖ ਰਾਸਾ। ਜੋ ਗਿਆਨ ਬ੍ਰਹਮ ਗਿਆਨ ਸਾਰੇ ਸੁੱਖਾਂ ਦੀ ਰਾਸ ਹੈ, ਸਾਰੇ ਸੁੱਖਾਂ ਦਾ ਖਜ਼ਾਨਾ, ਸਾਰੇ ਸੁੱਖਾਂ ਦੀ ਪੂੰਜੀ, ਸਾਰੇ ਸੁੱਖਾਂ ਦੀ ਅਹੁਦੀ ਰੂਪ ਗਿਆਨ ਸਰੂਪ ਸੁੱਖ ਸਰੂਪ ਹੈ। ਉਹ ਤੈਨੂੰ ਗਿਆਨ ਪ੍ਰਾਪਤ ਚੰਗਾ ਹੋ ਜਾਏਗਾ। ਸੁਨ ਕਾ ਦਇਆ ਕਰ ਜੋਰਨ ਕੀਨੇ। ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਜੀ ਉਸ ਬਾਲਕ ਨੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਬੰਦੇ ਪੰਕਜ ਪਾਏ ਪਰ ਬੀਨੇ। ਦੋਵੇਂ ਹੱਥ ਜੋੜ ਲੈਣਾ ਕੀਤੇ ਹੈ। ਅੰਤਰਜਾਮੀ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਮੱਥਾ ਟੇਕਿਆ। ਭਇਓ ਗਿਆਨ ਤਿਹ ਛਿਨ ਸੁਖ ਰਾਸੀ। ਜਦੋਂ ਇਹ ਮੱਥਾ ਟੇਕਿਆ ਉਸੇ ਵੇਲੇ ਸਾਰੇ ਸੁੱਖਾਂ ਦੀ ਰਾਸ ਪੂੰਜੀ, ਸਾਰੇ ਸੁੱਖਾਂ ਦਾ ਜੋ ਖਜ਼ਾਨਾ ਬ੍ਰਹਮ ਗਿਆਨ ਹੈ, ਉਹ ਭਾਈ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋ ਗਿਆ। ਸਗਰੀ ਔਰਤੇ ਦਵੈਤ ਬਿਨਾਸੀ। ਸਾਰੀ ਹਿਰਦੇ ਵਿੱਚੋਂ ਜਿਹੜੀ ਦਵੈਤ ਭਾਵਨਾ ਨਾਸ ਹੋ ਗਈ ਹੈ। ਕਿਰਪਾ ਨਿਧਾਨ ਬਹੁਰ ਬਚ ਕਹੇ। ਕਿਰਪਾ ਦੇ ਖਜ਼ਾਨੇ ਗੁਰੂ ਸਾਹਿਬ ਜੀ ਨੇ ਫਿਰ ਬਚਨ ਕਹੇ। ਸਵਾ ਜਾਮ ਜਾਮਨ ਜਬ ਰਹੇ। ਲੈ ਵੀ ਬੱਚਿਓ, ਤੂੰ ਬ੍ਰਹਮ ਗਿਆਨੀ ਤੇ ਹੋ ਹੀ ਗਿਆ ਹੈ, ਪਰ ਸਵਾ ਪਹਿਰ ਰਾਤ ਰਹਿੰਦਿਆਂ 2 ਸਵਾ 2 ਵਜੇ ਜਦੋਂ ਇਹ ਸਮਾਂ ਹੋ ਜਾਏ, ਨਿਤ ਉਠ ਤਬ ਹੀ ਕਰਹੁ ਸਨਾਨਾ। ਹਮੇਸ਼ਾ ਉੱਠ ਕਰਕੇ ਤਦੋਂ ਇਸ਼ਨਾਨ ਕਰਨਾ ਜਦੋਂ ਹੀ ਸਵਾ ਪਹਿਰ ਰਾਤ ਰਹਿ ਗਈ। ਸਿਮਰਹੁ ਨਾਮ ਮਾਨ ਮਨ ਭਾਨਾ। ਮਨ ਭਾਨਾ, ਭਾਨਾ ਕਹੀਏ ਹੁਕਮ, ਭਾਣਾ ਹੁਕਮ। ਸਾਡਾ ਹੁਕਮ ਮਨ ਵਿੱਚ ਮੰਨ ਕੇ ਤੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਅੰਮ੍ਰਿਤ ਵੇਲੇ। ਹਾਥ ਜੋਰ ਸਿਸ ਬਚਨ ਬਖਾਨਾ। ਉਸ ਵੇਲੇ ਮਹਾਰਾਜ ਹੱਥ ਜੋੜ ਕੇ ਉਸ ਬੱਚੀ ਨੇ ਬਚਨ ਕਿਹਾ। ਅਬ ਲੋ ਰਾਖਿਓ ਉਚਿਤ ਸਨਾਨਾ। ਮਹਾਰਾਜ ਹਜੇ ਨਹਾਉਣ ਜੋਗਾ ਹੀ ਤੁਸਾਂ ਨੇ ਛੱਡ ਹੀ ਲਿਆ ਵੀ ਹਜੇ ਵੀ ਨਹਾਉਣ ਦੀ ਜ਼ਰੂਰਤ ਹੁਣ ਤੇ ਬ੍ਰਹਮ ਗਿਆਨੀ ਹੋ ਗਏ ਆ। ਮੈਂ ਮਰ ਨਾਸ਼ ਕਰੀ ਇੱਕ ਬਾਰ। ਗੁਰੂ ਮਹਾਰਾਜ ਜੀ, ਮੈਂ ਤੇ ਇੱਕੇ ਵਾਰੀ ਜਿਹੜੀ ਪਾਪਾਂ ਦੀ ਮੈਲ ਹੈ ਹਿਰਦੇ ਤੋਂ ਉਹ ਵੀ ਨਾਸ ਕਰ ਲਈ ਹੈ, ਰਾਗ ਦਵੇਸ਼ ਦੀ ਮੈਲ ਨਾਸ ਕਰ ਲਈ ਹੈ, ਰਸਨਾ ਉੱਪਰ ਜਿਹੜਾ ਝੂਠ ਬੋਲਣ ਦੀ ਮੈਲ ਹੈ ਉਹ ਵੀ ਨਾਸ ਕਰ ਲਈ ਹੈ, ਵਿਕਾਰਾਂ ਦੀ ਮੈਲ ਹਿਰਦੇ ਚੋਂ ਨਾਸ ਕਰ ਲਈ ਇੱਕੇ ਵਾਰੀ। ਰਾਵਰ ਦਰਸ਼ਨ ਪਰ ਬਲਹਾਰਾ। ਆਪ ਜੀ ਦੇ ਦਰਸ਼ਨਾਂ ਉੱਪਰੋਂ ਮੈਂ ਬਲਿਹਾਰ ਹੋ ਜਾਵਾਂ, ਸਦਕੇ ਜਾਵਾਂ, ਜਿਨ੍ਹਾਂ ਦਰਸ਼ਨਾਂ ਨੂੰ ਕਰਕੇ
ਮਹਾਰਾਜ ਮੈਂ ਸਾਰੀਆਂ ਆਪਣੀਆਂ ਮੈਲਾਂ ਨਾਸ ਕਰ ਲਈਆਂ ਇੱਕੇ ਵਾਰੀ। ਬਹੁਰ ਨ ਕਬ ਲਾਗਹਿ ਮਲ ਲੇਸਾ। ਹੁਣ ਤੇ ਐਸੀ ਕਿਰਪਾ ਹੋ ਗਈ ਆਪ ਜੀ ਦੇ ਦਰਸ਼ਨ ਕਰਕੇ, ਲੇਸ ਮਾਤਰ ਵੀ ਜਿਹੜੀ ਹੈ ਨਾ ਹਿਰਦੇ ਨੂੰ ਪਾਪਾਂ ਦੀ ਮੈਲ, ਵਿਕਾਰਾਂ ਦੀ ਮੈਲ, ਰਸਨਾ ਤੇ ਝੂਠ ਬੋਲਣ ਦੀ ਮੈਲ, ਰਾਗ ਦਵੇਸ਼ ਦੀ ਮੈਲ ਕਦੀ ਨਹੀਂ ਲੱਗੇਗੀ। ਜਨਮ ਮਰਨ ਕੇ ਮਿਟੇ ਕਲੇਸਾ। ਜੰਮਣ ਮਰਨ ਦੇ ਜਿਹੜੇ ਕਲੇਸ਼, ਝੰਜੜੇ ਝੰਜੇਲੇ ਹੈ ਸਤਿਗੁਰੂ ਜੀ ਬਖੇੜੇ ਸਭ ਮਿਟ ਗਏ ਹਨ। ਪਾਇਓ ਨਿਰਮਲ ਸਹਿਜ ਸਰੂਪਾ। ਆਪ ਜੀ ਦੇ ਦਰਸ਼ਨਾਂ ਦਾ ਸਦਕਾ ਹੈ ਜੋ ਸਹਿਜ ਸਰੂਪ ਪਰਮੇਸ਼ਰ ਹੈ, ਗਿਆਨ ਸਰੂਪ, ਉਸ ਨਿਰਮਲ ਸਰੂਪ ਪਰਮੇਸ਼ਰ ਨੂੰ ਪਾਇਆ ਹੈ। ਜਾਂ ਵੀ ਪਾਇਓ ਨਿਰਮਲ ਸਹਿਜ ਸਰੂਪਾ, ਜੋ ਸਹਿਜ ਸਰੂਪ ਦੀ ਲਖਤਾ ਭਾਵ ਆਪਣੇ ਆਤਮ ਸਰੂਪ ਨੂੰ ਗੁਰੂ ਮਹਾਰਾਜ ਜੋ ਨਿਰਮਲ ਆਤਮਾ ਉਸ ਸਹਿਜ ਸਰੂਪ ਨੂੰ ਪਾਇਆ ਹੈ। ਜਿਹ ਜਾਣਤ ਭਾ ਆਨੰਦ ਅਨੂਪਾ। ਜਿਸ ਪਰਮੇਸ਼ਰ ਨੂੰ ਜਾਣਿਆ ਉਪਮਾ ਤੋਂ ਰਹਿਤ ਆਨੰਦ ਹੋਇਆ ਹੈ। ਜਿਸ ਆਤਮ ਸਰੂਪ ਸਹਿਜ ਸਰੂਪ ਨੂੰ, ਗਿਆਨ ਸਰੂਪ ਨੂੰ ਜਾਣਿਆ ਉਪਮਾ ਤੋਂ ਰਹਿਤ ਆਨੰਦ ਹੋਇਆ ਹੈ ਜੀ। ਗੁਰੂ ਭਨਿਓ ਤੋਹਿ ਮਨ ਜਨੇਕਾ। ਗੁਰੂ ਮਹਾਰਾਜ ਨੇ ਕਿਹਾ ਵੀ ਠੀਕ ਹੈ ਭਾਈ ਬੂੜਾ, ਵੀ ਤੂੰ ਬ੍ਰਹਮ ਗਿਆਨੀ ਹੋ ਗਿਆ ਤੇ ਹੁਣ ਤੈਨੂੰ ਕੋਈ ਵੀ ਕਰਮ ਕਰਨ ਦੀ ਜ਼ਰੂਰਤ ਨਹੀਂ ਹੈ। ਵੀ ਜਿਵੇਂ ਮਹਾਰਾਜ ਭਗਤ ਜੀ ਕਹਿੰਦੇ ਰਵਿਦਾਸ ਜੀ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆਤ ਹੈ ਕਰਮ ਹੈ ਨਾਸ। ਵੀ ਗਿਆਨ ਵਾਸਤੇ ਕਰਮ ਅਭਿਆਸ ਕੀਤੇ ਜਾਂਦੇ, ਕਰਮ ਕੀਤੇ ਜਾਂਦੇ ਹੈ, ਪਰ ਜਦੋਂ ਗਿਆਨ ਹੋ ਗਿਆ ਤੇ ਕਰਮ ਨਾਸ ਹੋ ਜਾਂਦੇ ਹੈ। ਇਹ ਰਾਮਾਇਣ ਵਿੱਚ ਵੀ ਲਿਖਿਆ ਹੋਇਆ, ਇਸੇ ਤਰ੍ਹਾਂ ਗੀਤਾ ਵਿੱਚ ਵੀ ਦੱਸਿਆ ਹੋਇਆ ਵੀ ਉਦੋਂ ਨਾਸ ਹੋ ਜਾਂਦੇ ਹੈ, ਕਰਮ ਨਹੀਂ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਸ਼੍ਰੀ ਰਾਮ ਚੰਦਰ ਜੀ ਨੇ ਦੱਸਿਆ। ਪਰ ਮਹਾਰਾਜ ਕਹਿੰਦੇ ਵੀ ਤੋਹੇ ਮਨ ਅਨੇਕ। ਭਾਈ ਬੂੜਾ ਜੀ, ਅਸੀਂ ਤਾਂ ਤੁਹਾਨੂੰ ਕਹਿ ਰਹੇ ਹਾਂ ਵੀ ਤੁਹਾਡੇ ਨਾਲ ਬਹੁਤ ਜਿਹੜੇ ਮਨੁੱਖ ਅਨੇਕਾਂ ਹੀ ਮਿਲਹਿ ਪਾਵਨ ਹੇਤ ਬਿਬੇਕਾ। ਜੀਵ ਈਸ਼ ਦੀ ਏਕਤਾ ਦਾ ਗਿਆਨ ਪਾਉਣ ਵਾਸਤੇ ਆਣਗੇ, ਮਿਲਣਗੇ, ਬ੍ਰਹਮ ਗਿਆਨ ਪਾਉਣ ਵਾਸਤੇ ਮਿਲਣਗੇ। ਤੁਝ ਕੋ ਦੇਖ ਆਚਾਰ ਕਰੰਤਾ। ਜਦੋਂ ਤੁਸੀਂ ਐਵੇਂ ਸਵਾ ਪਹਿਰ ਰਾਤ ਰਹਿੰਦਿਆਂ ਉੱਠੋਗੇ, ਇਸ਼ਨਾਨ ਕਰੋਗੇ, ਫਿਰ ਨਾਮ ਅਭਿਆਸ ਕਰੋਗੇ, ਤੁਹਾਡਾ ਐਸਾ ਚੰਗਾ ਆਚਾਰ ਕਰਤੱਵ ਦੇਖ ਕੇ ਤਿਨ ਰੁਚ ਜਾਗਹਿ ਹੋਵਹਿ ਸੰਤਾ। ਐਸੇ ਸ਼ੁਭ ਕਰਮ ਆਚਾਰ ਕਰਤੱਵ ਨੂੰ ਦੇਖ ਕੇ ਤੇ ਉਹਨਾਂ ਅੰਦਰ ਵੀ ਭਾਈ ਬੁੱਢਾ ਰੁਚੀ ਜਾਗੇਗੀ, ਪ੍ਰੇਮ ਜਾਗੇਗਾ। ਵੀ ਭਾਈ ਬੁੱਢਾ ਸਾਹਿਬ ਜੀ ਇੰਨੇ ਜਿਹੜੇ ਆ ਬ੍ਰਹਮ ਗਿਆਨੀ ਹੋ ਗਏ ਹੈ, ਸਭ ਤਿੰਨਾਂ ਸਮਿਆਂ ਦਾ ਇਹਨਾਂ ਨੂੰ ਗਿਆਨ ਹੈ, ਭੂਤ ਭਵਿੱਖ ਵਰਤਮਾਨ ਦਾ, ਆਤਮਦਰਸ਼ੀ ਹੈ। ਫਿਰ ਵੀ ਇਹਨੇ ਬ੍ਰਹਮ ਗਿਆਨੀ ਹੋ ਕੇ ਅੰਮ੍ਰਿਤ ਵੇਲੇ ਉੱਠਦੇ ਹੈ, ਸਵਾ ਪਹਿਰ ਰਾਤ ਰਹਿੰਦਿਆਂ ਨਾਮ ਅਭਿਆਸ ਕਰਦੇ, ਬਾਣੀ ਪੜ੍ਹਦੇ ਹੈ। ਅਤੇ ਫਿਰ ਅਸੀਂ ਤਾਂ ਕੁਝ ਹੈ ਹੀ ਨਹੀਂ। ਤੁਹਾਡਾ ਐਸਾ ਸੋਹਣਾ ਚੰਗਾ ਕਰਤੱਵ ਦੇਖ ਕੇ ਉਹ ਜੋ ਤੁਹਾਡੇ ਪਾਸ ਆਉਣਗੇ ਉਹਨਾਂ ਅੰਦਰ ਵੀ ਇਹ ਰੁਚੀ ਜਾਗੇਗੀ, ਪ੍ਰੇਮ ਜਾਗੇਗਾ ਵੀ ਅਸੀਂ ਵੀ ਇਸ਼ਨਾਨ ਕਰੀਏ, ਅਸੀਂ ਵੀ ਨਾਮ ਅਭਿਆਸ ਕਰੀਏ, ਬਾਣੀ ਪੜ੍ਹੀਏ, ਫਿਰ ਉਹਨਾਂ ਵਾਲੀ ਅਵਸਥਾ ਪਾਈਏ, ਜਿਸ ਕਰਕੇ ਉਹਨਾਂ ਅੰਦਰ ਵੀ ਸੰਤਾ ਕਹੀਏ ਸ਼ਾਂਤੀ ਹੋ ਆਵੇਗੀ, ਉਹ ਵੀ ਸੰਤ ਹੋ ਜਾਣਗੇ। ਇਸ ਬਿਧ ਹੋਏ ਕਿਰਤਾਰਥ ਸੋ। ਇਸ ਤਰ੍ਹਾਂ ਨਾਲ ਤੁਹਾਨੂੰ ਦੇਖ ਕੇ ਉਹ ਵੀ ਉਹ ਕਰਨਗੇ, ਪ੍ਰੇਮ ਜਾਗੇਗਾ, ਜਿਸ ਕਰਕੇ ਉਹ ਕਰਤਾਰਥ ਨਿਹਾਲ ਹੋਣਗੇ। ਬੈਠ ਰਹਿਓ ਘਰ ਗਇਓ ਨਾ ਸੋ। ਜਦੋਂ ਇਹ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਛੋਟੀ ਉਮਰ ਵਿੱਚ ਹੀ ਬ੍ਰਹਮ ਗਿਆਨੀ ਹੋ ਗਏ। ਦਰਸ਼ਨ ਕਰਦਿਆਂ ਮਹਾਰਾਜ ਦੇ ਬ੍ਰਹਮ ਗਿਆਨੀ ਹੋ ਕੇ ਬੈਠੇ ਰਹੇ ਉੱਥੇ ਕਰਤਾਰਪੁਰ ਸਾਹਿਬ ਹੀ, ਘਰ ਵਾਪਸ ਨਹੀਂ ਗਏ, ਚੌਂਕੜਾ ਉੱਥੇ ਹੀ ਮਾਰਿਆ ਹੋਇਆ ਹੈ। ਖੋਜਤ ਮਾਤ ਪਿਤਾ ਤੇ ਸਖੇਰੇ। ਉਸ ਵੇਲੇ ਉਸੇ ਦਿਨ ਜਦੋਂ ਵਾਪਸ ਨਹੀਂ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਪਿਤਾ ਜਿਹੜੇ ਖੋਜਣ ਭਾਲਣ ਲੱਗੇ ਵੀ ਕਿੱਥੇ ਚਲੇ ਗਏ ਸਵੇਰ ਦੇ ਹੀ। ਚੱਲ ਆਏ ਸ੍ਰੀ ਨਾਨਕ ਡੇਰੇ। ਕਿਸੇ ਨੇ ਦੱਸਿਆ ਵੀ ਭਾਈ ਤੁਹਾਡੇ ਜੋ ਬੱਚਾ ਹੈ ਨਾ ਬੂੜਾ, ਉਹਦੇ ਸ੍ਰੀ ਕਰਤਾਰਪੁਰ ਸਾਹਿਬ ਵੱਲ ਜਾਂਦਿਆਂ ਦੇਖਿਆ ਹੈ, ਤੁਸੀਂ ਉੱਥੇ ਜਾ ਕੇ ਵੇਖੋ। ਜਿਸ ਕਰਕੇ ਉਹ ਚੱਲ ਕੇ
ਗੁਰੂ ਨਾਨਕ ਸਾਹਿਬ ਜੀ ਦੇ ਡੇਰੇ ਸ੍ਰੀ ਕਰਤਾਰਪੁਰ ਸਾਹਿਬ ਆ ਗਏ। ਦੇਖਿਓ ਨਿਜ ਬਾਲਕ ਕੋ ਜਬ ਹੀ, ਜਦੋਂ ਕਹਿੰਦੇ ਉਹਦਾ ਮਾਤਾ ਪਿਤਾ ਨੇ ਆਪਣੇ ਬਾਲਕ ਬੂੜੇ ਨੂੰ ਦੇਖਿਆ ਹੈ, ਗੁਰ ਬੈਨਨ ਤੇ ਭਾ ਬ੍ਰਿਧ ਤਬ ਹੀ, ਜੋ ਗੁਰੂ ਨੇ ਬਚਨ ਕਹਿਣਾ ਵੀ ਬੁੱਢਿਆਂ ਸਮਾਂ ਤੁਸੀਂ ਬਚਨ ਕਰਦੇ ਵੀ ਬਜ਼ੁਰਗ ਹੀ ਹੋ, ਤੇ ਨਾਮ ਬੂੜਾ ਰੱਖ ਦਿੱਤਾ। ਜਿਸ ਕਰਕੇ ਕਹਿੰਦੇ ਗੁਰੂ ਦੇ ਬਚਨਾਂ ਕਰਕੇ ਬਾਬਾ ਬੁੱਢਾ ਸਾਹਿਬ ਜੀ ਛੋਟੀ ਉਮਰੇ ਬਜ਼ੁਰਗ ਜਿਹਾ ਹੋ ਗਿਆ ਹੈ, ਇਹ ਬੂੜਾ ਜਿਹਾ ਸਰੀਰ ਹੋ ਗਿਆ। ਤੇ ਉਹ ਮਾਂ ਪਿਓ ਜਦੋਂ ਆਏ ਆ ਉਹਨਾਂ ਨੂੰ ਇਵੇਂ ਪ੍ਰਤੀਤ ਹੋਇਆ ਵੀ ਸਾਡਾ ਇਹ ਬਾਲਕ ਕਿੱਦਾਂ ਦਾ ਹੋ ਗਿਆ ਹੈ, ਇਹ ਤਾਂ ਸਾਡਾ ਬੱਚਾ ਹੀ ਨਹੀਂ, ਇਹ ਤਾਂ ਕੋਈ ਬਜ਼ੁਰਗ ਬੈਠਾ ਹੋਇਆ, ਇਹ ਤਾਂ ਬੜਾ ਬਜ਼ੁਰਗ ਹੋ ਗਿਆ, ਐਵੇਂ ਉਹਨਾਂ ਨੂੰ ਪ੍ਰਤੀਤ ਹੋਇਆ ਹੈ। ਇਸ ਪ੍ਰਕਾਰ ਸੋ ਦੇਖ ਸਿਧਾਰੇ, ਇਸ ਪ੍ਰਕਾਰ ਇਸ ਤਰ੍ਹਾਂ ਨਾਲ ਦੇਖ ਕੇ ਵੀ ਇਹ ਬਜ਼ੁਰਗ ਹੋ ਗਿਆ, ਇਹ ਤੇ ਬੱਚਾ ਕਿਸੇ ਕੰਮ ਦਾ ਨਹੀਂ ਦਾ, ਕੀ ਕਰਾਂਗੇ, ਉਹ ਘਰ ਨੂੰ ਚਲੇ ਗਏ। ਰਹਿਓ ਸੋ ਬੂੜਾ ਸ੍ਰੀ ਪ੍ਰਭ ਦੁਆਰੇ, ਉਸ ਦਿਨ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਬੂੜਾ ਬੱਚਾ ਗੁਰੂ ਮਹਾਰਾਜ ਦੇ ਦੁਆਰੇ ਸ੍ਰੀ ਕਰਤਾਰਪੁਰ ਸਾਹਿਬ ਹੀ ਰਹਿਆ ਹੈ। ਪਦ ਪੰਕਜ ਸੇਵਹਿ ਧਰ ਪਾਉ, ਹਿਰਦੇ ਵਿੱਚ ਬਹੁਤ ਸ਼ਰਧਾ ਭਾਵਨਾ ਪ੍ਰੇਮ ਧਾਰ ਕੇ ਗੁਰੂ ਜੀ ਦੇ ਚਰਨ ਕਮਲ ਸੇਵਦਾ ਰਿਹਾ। ਵਿਖੇ ਬਾਸ਼ਨਾ ਫੁਰਤ ਨਾ ਕਾਉ, ਜਿਸ ਬੱਚੇ ਨੂੰ ਵਿਸ਼ੇ ਦੀਆਂ ਵਾਸ਼ਨਾ ਦੇ ਫੁਰਨਾ ਤੇ ਕਦੀ ਫੁਰਦਾ ਹੀ ਨਹੀਂ ਸੀ ਮਨ ਵਿੱਚ। ਮਨ ਥਿਤ ਕਰ ਸਤ ਸੰਗ ਸਮਾਵਾ, ਮਨ ਨੂੰ ਸਥਿਤ ਕਰਕੇ ਸਤਸੰਗ ਵਿੱਚ ਹੀ ਸਮਾ ਗਿਆ, ਲੀਨ ਹੋ ਗਿਆ। ਪੁਨ ਜਬ ਕੇਤਕ ਸਮਾਂ ਬਿਤਾਵਾ, ਇਹ ਜਦੋਂ ਕੁਝ ਕੁ ਸਮਾਂ ਐਵੇਂ ਜਿਹੜਾ ਹੈ ਸਤਿਗੁਰੂ ਜੀ ਨੇ ਬਿਤਾਇਆ ਲੰਘਾਇਆ, ਇਸ ਬੱਚੇ ਬੂੜੇ ਨੇ ਇਸ ਤਰ੍ਹਾਂ ਲੰਘਾਇਆ ਹੈ ਸਮਾਂ। ਸੁਣੀਏ ਸ੍ਰੀ ਅੰਗਦ ਇਤਿਹਾਸਾ, ਗੁਰੂ ਅੰਗਦ ਦੇਵ ਸਾਹਿਬ ਜੀ ਅਗਲਾ ਇਤਿਹਾਸ ਵੀ ਸੁਣੀਏ ਮਹਾਰਾਜ ਜੀ ਦਾ। ਮੈਂ ਇੱਕ ਦਿਵਸ ਸਲਖਣੀ ਵਾਸਾ, ਇੱਕ ਦਿਨ ਦੀ ਗੱਲ ਹੈ ਕਿ ਮੈਂ ਮਾਤਾ ਸੁਲੱਖਣੀ ਜੀ ਦੇ ਪਾਸ ਸਹਜ ਸੁਭਾਏ ਸੋ ਬੈਠਿਓ ਜਾਈ, ਸੁੱਤੇ ਸੇਧੀ ਸਹਿਜ ਸੁਭਾਈ ਜਾ ਬੈਠਿਆ। ਇਸ ਬਿਦ ਮੁਝ ਕੋ ਗਿਰਾ ਲਾਈ, ਇਸ ਤਰ੍ਹਾਂ ਮੈਨੂੰ ਵੇਖ ਕੇ ਵੀ ਬਾਲਾ ਆਇਆ ਹੈ, ਤੇ ਮਾਤਾ ਸੁਲੱਖਣੀ ਜੀ ਨੇ ਫਿਰ ਇਸ ਤਰ੍ਹਾਂ ਬਚਨ ਕਿਹਾ, ਜਿਵੇਂ ਫਿਰ ਮਾਤਾ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ। ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਇਵੇਂ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਮਿਲਾਪ ਗੁਰੂ ਨਾਨਕ ਸਾਹਿਬ ਜੀ ਨਾਲ ਹੋਇਆ, ਤੇ ਉੱਥੇ ਹੀ ਫਿਰ ਬਾਬਾ ਬੁੱਢਾ ਸਾਹਿਬ ਜੀ ਰਹਿ ਪਏ, ਫਿਰ ਵਾਪਸ ਨਹੀਂ ਗਏ। ਉਹ ਗੁਰੂ ਜੀ ਦੇ ਬਚਨਾਂ ਵਰਤ ਗਏ ਕਿ ਉਹ ਜਦੋਂ ਮਾਤਾ ਪਿਤਾ ਆਏ ਹੈ ਤੇ ਉਦੋਂ ਸਰੀਰ ਦੇ ਠੀਕ ਸਨ, ਪਰ ਮਾਤਾ ਪਿਤਾ ਜੀ ਨੂੰ ਵੇਖਣ 'ਚ ਇਵੇਂ ਪ੍ਰਤੀਤ ਹੋਇਆ ਵੀ ਇਹ ਤਾਂ ਬੜਾ ਬਜ਼ੁਰਗ ਹੋ ਗਿਆ, ਇਹਦੇ 'ਤੇ ਸਾਰਾ ਧੌਲਾ ਚਿੱਟਾ ਦਾੜਾ ਹੋ ਗਿਆ, ਵੀ ਇਹ ਕੀ ਕਰੂਗਾ ਹੁਣ। ਮਾਤਾ ਜੀ ਨੂੰ ਇਵੇਂ ਜਿਹੜਾ ਦਿਖਿਆ ਪ੍ਰਤੀਤ ਹੋਇਆ, ਜਿਸ ਕਰਕੇ ਉਹ ਦੇਖ ਕੇ ਵਾਪਸ ਚਲੇ ਗਏ। ਅਤੇ ਬਾਬਾ ਬੁੱਢਾ ਸਾਹਿਬ ਜੀ ਫਿਰ ਇੱਥੇ ਗੁਰੂ ਜੀ ਦੀ ਸੇਵਾ ਵਿੱਚ ਹੀ ਰਹੇ, ਫਿਰ ਬੜੀ ਸੇਵਾ ਕੀਤੀ, ਆਪ ਜੀ ਨੂੰ ਪਤਾ ਹੀ ਹੈ 6 ਗੁਰੂ ਸਾਹਿਬਾਨਾਂ ਤੱਕ ਸੇਵਾ ਨਿਭਾਈ ਹੈ। ਜਿਹੜਾ ਹੈ ਕੱਲ੍ਹ ਪ੍ਰਸੰਗ ਭਾਈ ਬਾਲਾ ਜੀ ਦਾ ਆਏਗਾ, ਉਹ ਆਪਾਂ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਸੁਣੀਏ ਸ੍ਰੀ ਅੰਗਦ ਇਤਿਹਾਸਾ, ਮੈਂ ਇੱਕ ਦਿਵਸ ਸੁਲੱਖਣੀ ਪਾਸਾ, ਸਹਜ ਸੁਭਾਏ ਸੋ ਬੈਠਿਓ ਜਾਈ, ਇਸ ਬਿਦ ਮੁਝ ਕੋ ਗਿਰਾ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।